ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਅਵਿਆਗਤਿ ਨਾ ਆਖੀਆਨਾ ਜਨ ਕੇ ਚਿਤ ਮਹਿ ਭਰਮਾ। ਤੈ ਸਦਾ ਦਿੱਤਾ ਨਾਨਕਾ ਤੇਹੋ ਜਿਹਾ ਧਰਮਾ। ਅਵਿਆਗਤ ਇਹ ਨਾ ਆਖੀਆਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ ਜੁਗੋ ਜੁਗੀ ਅਟਲ ਸ਼ਬਦਾ ਅਵਤਾਰ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਨ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹਾ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹੱਲਾ ਤੀਜਾ। ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੀ ਬਣ ਆਵੈ। ਤੀਜੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪਵਿੱਤਰ ਪਾਵਨ ਰਾਮਕਲੀ ਦੀ ਪਹਿਲੀ ਵਾਰ ਦਾ ਇਹ ਜੋ ਸਾਧ ਸੰਗਤ ਜੀਓ 6ਵਾਂ ਸ਼ਲੋਕ ਉਚਾਰਨ ਕਰ ਰਹੇ ਹਨ। ਜੋ ਮਾਈ ਦਾਸ ਵੈਸ਼ਨੂੰ ਦੇ ਪ੍ਰਥਾਈ ਉਚਾਰਿਆ ਹੈ, ਆਓ ਪਿਆਰ ਨਾਲ ਸੁਣੋ ਜੀ। ਅਵਿਆਗਤਿ ਨਾ ਆਖੀਆਨਾ। ਮਾਈ ਦਾਸ ਨੂੰ ਅਭਿਆਗਤ ਦੀ ਪਰਿਭਾਸ਼ਾ ਦੱਸਦਿਆਂ ਉਪਦੇਸ਼ ਦੇ ਰਹੇ ਹਨ ਕਿ ਇਹੋ ਜਿਹੇ ਪੁਰਖ ਅਤਿਥੀ ਸਾਧੂ ਨਹੀਂ ਕਹੀਦੇ। ਜਿਨ ਕੇ ਚਿਤ ਮਹਿ ਭਰਮਾ। ਜਿਨ੍ਹਾਂ ਦੇ ਚਿੱਤ ਹਿਰਦੇ ਵਿੱਚ ਭਰਮ ਭੁਲੇਖਾ ਪਿਆ ਹੋਇਆ ਹੈ। ਤਿਸ ਦਿੱਤਾ ਨਾਨਕਾ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਤਿਸ ਦੇ ਤਾਈਂ ਦਿੱਤੇ ਦਾਨ ਦਾ ਸੋ ਦੱਸਦੇ ਹਨ। ਇਹੋ ਜਿਹਾ ਧਰਮਾ। ਉਹੋ ਜਿਹਾ ਹੀ ਪੁੰਨ ਹੁੰਦਾ ਹੈ। ਭਾਵ ਭਰਮ ਵਾਲੇ ਨੂੰ ਦਾਨ ਦੇਣ ਨਾਲ ਉਸ ਦਾ ਫਲ ਭਰਮ ਹੀ ਪ੍ਰਾਪਤ ਹੁੰਦਾ ਹੈ। ਇੱਕ ਨਗਰ ਵਿੱਚ ਕੋਈ ਮਾਈ ਰਹਿੰਦੀ ਸੀ ਜਿਸ ਦਾ ਸੁਭਾਅ ਬੜਾ ਲਾਲਚੀ ਸੀ। ਇੱਕ ਦਿਨ ਗੁਆਂਢੀਆਂ ਵੱਲੋਂ ਛੰਨਾ ਚੁੱਕ ਲਿਆਈ। ਫਿਰ ਇਹਨੇ ਸੋਚਿਆ ਕਿ ਕਿਸੇ ਨੂੰ ਪਤਾ ਨਾ ਲੱਗ ਜਾਏ, ਇਸ ਲਈ ਮੈਂ ਕਿਸੇ ਸਾਧੂ ਨੂੰ ਘਰ 'ਚ ਲਿਆ ਕੇ ਪ੍ਰਸ਼ਾਦਾ ਛਕਾ ਦਿੰਦੀ ਹਾਂ। ਪ੍ਰਸ਼ਾਦਾ ਛਕਾਉਣ ਨਾਲ ਇੱਕ ਤਾਂ ਪੁੰਨ ਫਲ ਮਿਲੇਗਾ, ਦੂਸਰਾ ਮੇਰਾ ਪਰਦਾ ਟਕਿਆ ਜਾਵੇਗਾ। ਇਉਂ ਸੋਚ ਕੇ ਗਲੀ ਵਿੱਚ ਜਾਂਦੇ ਹੋਏ ਇੱਕ ਸਾਧੂ ਨੂੰ ਆਵਾਜ਼ ਮਾਰੀ, ਜਿਸ ਨੇ ਬਾਹਰੋਂ ਸਾਦਾ ਵਾਲਾ ਲਿਬਾਸ ਧਾਰਨ ਕੀਤਾ ਹੋਇਆ ਸੀ ਪਰ ਅੰਦਰੋਂ ਬਹੁਤ ਹੀ ਪਖੰਡੀ ਸੁਭਾਅ ਵਾਲਾ ਸੀ ਅਤੇ ਰਸਾਂ ਕਸਾਂ ਦੇ ਵਿੱਚ ਫਸਿਆ ਹੋਇਆ ਸੀ। ਉਹ ਸਾਧੂ ਅੰਦਰ ਆਇਆ
ਅਤੇ ਮਾਈ ਨੇ ਉਸ ਨੂੰ ਛੋਲਿਆਂ ਦੀਆਂ ਬਣੀਆਂ ਰੋਟੀਆਂ ਹੱਥ ਵਿੱਚ ਫੜਾ ਦਿੱਤੀਆਂ ਅਤੇ ਆਪ ਮਕਾਨ ਦੀ ਛੱਤ ਉੱਪਰ ਚੜ੍ਹ ਗਈ। ਇਹ ਸਾਧੂ ਰਸਾਂ ਕਸਾਂ ਵਿੱਚ ਫਸਿਆ ਹੋਇਆ ਸੀ। ਉਸ ਨੂੰ ਸੁੱਕੀਆਂ ਰੋਟੀਆਂ ਚੰਗੀਆਂ ਨਾ ਲੱਗੀਆਂ ਅਤੇ ਉਹਨੇ ਉਹ ਰੋਟੀਆਂ ਲੈ ਕੇ ਮਾਈ ਕੋਲੋਂ ਕੁੱਤੇ ਨੂੰ ਪਾ ਦਿੱਤੀਆਂ ਅਤੇ ਆਪ ਕਾੜ੍ਹਨੀ ਵਿੱਚੋਂ ਮਲਾਈ ਸਣੇ ਛੰਨਾ ਭਰ ਕੇ ਦੁੱਧ ਪੀ ਲਿਆ। ਉਧਰੋਂ ਮਾਈ ਹੇਠਾਂ ਆਈ। ਇਹਨੇ ਕਿਹਾ ਵੀ ਮਾਈ ਉੱਪਰ ਚੜ੍ਹ ਕੇ ਕੀ ਵੇਖਦੀ ਪਈ ਸੀ? ਉਸ ਮਾਈ ਨੇ ਕਿਹਾ ਕਿ ਮਹਾਤਮਾ ਜੀ, ਮੈਂ ਬਿਬਾਨ ਆਉਂਦਾ ਦੇਖਦੀ ਪਈ ਸੀ। ਮੈਂ ਸੁਣਿਆ ਕਿ ਕਿਸੇ ਸਾਧੂ ਨੂੰ ਪ੍ਰਸ਼ਾਦ ਛਕਾਈਏ ਤਾਂ ਬਿਬਾਨ ਲੈਣ ਵਾਸਤੇ ਆਉਂਦੇ ਨੇ। ਉਸ ਵੇਲੇ ਸਾਧੂ ਨੇ ਕਿਹਾ ਕਿ ਤੇਰੇ ਵਰਗੇ ਸਤੀ ਅਤੇ ਮੇਰੇ ਵਰਗੇ ਸਾਧ ਵਾਸਤੇ ਤਾਂ ਜ਼ਰੂਰੀ ਬਿਬਾਨ ਆਉਣਗੇ। ਜਿਵੇਂ ਕਿਸੇ ਨੇ ਲਿਖਿਆ, ਐਹਰਨ ਦੀ ਚੋਰੀ ਕਰੇ, ਸੂਈ ਕਰਦੀ ਦਾਨ, ਕੋਠੇ ਚੜ੍ਹ ਕੇ ਤੱਕਦੀ ਕਿਧਰੋਂ ਹੁਣ ਬਿਬਾਨ। ਸੋ ਇੰਝ ਇਹੋ ਜਿਹਾ ਜਿਹੜਾ ਕੋਈ ਦਾਨ ਕਰਦਾ ਉਹਨੂੰ ਉਸ ਤਰ੍ਹਾਂ ਦਾ ਹੀ ਫਲ ਪ੍ਰਾਪਤ ਹੋਵੇਗਾ। ਅਭੈ ਨਿਰੰਜਨ ਪਰਮ ਪਾਦ, ਜੋ ਡਰ ਤੋਂ ਰਹਿਤ ਸ਼ੁੱਧ ਸਰੂਪ ਅਤੇ ਵੱਡੀ ਪਦਵੀ ਕੇਵਲ ਮੁਕਤੀ ਦੀ ਪਦਵੀ ਵਾਲਾ ਪਰਮੇਸ਼ਰ ਹੈ। ਜਾਂ ਵੱਡੀ ਪਦਵੀ ਜੀਵਨ ਮੁਕਤੀ ਨੂੰ ਦੇਣ ਵਾਲਾ। ਸੋ ਜਿਹੜਾ ਤਾਂ ਜਗਿਆਸੂ ਬਣ ਕੇ ਤਾਂ ਕਾ ਭੁੱਖਾ ਹੋਏ, ਉਸ ਦੀ ਪ੍ਰਾਪਤੀ ਦਾ ਭੁੱਖਾ ਹੋਵੇ। ਪਾਪ ਗੁਰਾਂ ਤੋਂ ਬ੍ਰਹਮ ਵਿਦਿਆ ਰੂਪੀ ਭੋਜਨ ਨੂੰ ਖਾ ਕੇ ਤ੍ਰਿਪਤ ਹੋਣ ਵਾਲਾ ਹੋਵੇ। ਤਿਸ ਕਾ ਭੋਜਨ ਨਾਨਕਾ। ਸਤਿਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ ਕਿ ਤਿਸ ਮਹਾਤਮਾ ਦਾ ਭੋਜਨ ਛਕਾਉਣਾ, ਭਾਵ ਮਹਾਤਮਾ ਨੂੰ ਭੋਜਨ ਛਕਾਉਣ ਦੀ ਸੇਵਾ ਕਰਨ ਦਾ ਫਲ ਭਾਗਾਂ ਵਾਲਾ। ਵਿਰਲਾ ਪਾਏ ਕੋਈ ਵਿਰਲਾ ਪੁਰਖ ਹੀ ਪਾਉਂਦਾ ਹੈ। ਇਸੇ ਪ੍ਰਕਾਰ ਤਿਸ ਕਾ ਭੋਜਨ ਨਾਨਕਾ, ਜੋ ਤਿਸ ਪਰਮੇਸ਼ਰ ਦਾ ਬ੍ਰਹਮ ਗਿਆਨ ਰੂਪੀ ਭੋਜਨ ਹੈ। ਵਿਰਲਾ ਪਾਏ ਕੋਈ, ਉਸ ਬ੍ਰਹਮ ਗਿਆਨ ਰੂਪ ਭੋਜਨ ਨੂੰ ਕੋਈ ਵਿਰਲਾ ਪੁਰਖ ਹੀ ਪਾ ਕੇ ਮੁਕਤ ਹੁੰਦਾ ਹੈ। ਮਹੱਲਾ ਤੀਜਾ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਹਨ। ਅਬ ਅਗਾਤੇ ਨਾ ਆਖੀਆ ਨਾ, ਇਹੋ ਜਿਹੇ ਲੋਕ ਅਤਿਥੀ ਸਾਧੂ ਨਹੀਂ ਕਹੀਦੇ। ਜੇ ਪਰ ਘਰ ਭੋਜਨ ਕਰੇ ਨਾ, ਜਿਹੜੇ ਇਹੀ ਸੋਚਦੇ ਰਹਿਣ ਵੀ ਪਰੌਂਠੇ ਮਿਲਣ, ਤਲੀਆਂ ਬਲੀਆਂ ਚੀਜ਼ਾਂ ਸਾਨੂੰ ਪ੍ਰਾਪਤ ਹੋਣ ਅਤੇ ਅਰਦਾਸਾਂ ਕਰਦੇ ਰਹਿਣ, ਪ੍ਰਭ ਇਹ ਮਨੋਰਥ ਮੇਰਾ। ਉਹ ਕਥਾ ਦੇ ਵਿੱਚ ਜਾਂ ਪ੍ਰਚਾਰ 'ਚ ਨਾ ਕਹਿਣਾ ਵੀ ਸਰਾਧ ਬਾਹਮਣਾਂ ਦੇ ਨੇ, ਇੰਝ ਨਾ ਕਰੋ ਇੰਝ ਨਾ ਕਰੋ, ਅਤੇ ਅੱਡੀਆਂ ਚੁੱਕ ਚੁੱਕ ਵਹਿੰਦੇ ਰਹਿਣਾ ਵੀ ਰੋਟੀ ਖਵਾਉਣ ਲਈ ਆਉਂਦਾ ਹੈ, ਸਰਾਧ ਉਵੇਂ ਹੀ ਲੰਘ ਚੱਲੇ। ਤੋ ਇਸ ਵਾਸਤੇ ਇਹੋ ਜਿਹੇ ਜਿਹੜੇ ਲੋਕ ਹਨ ਉਹ ਪਖੰਡੀ ਲਿਬਾਸ ਵਾਲੇ ਹਨ, ਉਹ ਸਾਧੂ ਨਹੀਂ ਕਹੀ ਜਾਂਦੇ। ਜਿਹੜੇ ਇਹੀ ਕਹਿੰਦੇ ਰਹਿਣ ਪ੍ਰਭੂ ਇਹ ਮਨੋਰਥ ਮੇਰਾ, ਵੀ ਮੇਰੀ ਸ਼ਗਨ ਛਕਾਉਣ ਦਾ ਹੀ ਮਨੋਰਥ ਹੈ। ਅਤੇ ਜੇ ਕੋਈ ਲਿਜਾ ਕੇ ਗਰੀਬ ਗੁਰਬਾ ਪਿਆਰ ਨਾਲ ਭੋਜਨ ਪਾਣੀ ਛਕਾ ਕੇ ਅਤੇ ਸ਼ਰਧਾ ਸੰਯੁਕਤ ਤੋਰ ਦੇਵੇ, ਕਹਿਣਾ ਲੈ ਇਹੋ ਜਿਹਾ ਤਾਂ ਆਪਾਂ ਆਪ ਦਾ ਵੀ ਖਾ ਲੈਂਦੇ ਆ, ਨਾ ਕੋਈ ਪੈਸਾ ਦਿੱਤਾ ਨਾ ਧੇਲਾ ਦਿੱਤਾ, ਸਾਡੇ ਕੋਲ ਟਾਈਮ ਥੋੜ੍ਹਾ ਆ ਜਾਣ ਆਉਣ ਦਾ। ਤੋ ਜੇ ਇਸ ਤਰ੍ਹਾਂ ਦਾ ਹੀ ਖਵਾਉਣਾ ਸੀ ਫਿਰ ਤਾਂ ਨਾ ਹੀ ਬੁਲਾਉਂਦਾ। ਇੰਝ ਸੋਚਦੇ ਰਹਿਣਾ ਵੀ ਇਹ ਰੱਬ ਸੱਚਿਆ, ਔਖੀ ਘੜੀ ਨਾ ਦੇਖਣ ਦੇ ਹੀ ਆਪਣਾ ਬਿਰਦ ਸੰਭਾਲੇ। ਤੋ ਇਸ ਤਰ੍ਹਾਂ ਦੇ ਜਿਹੜੇ ਸਾਧੂ ਨੇ ਕੇਵਲ ਖਾਣ ਪੀਣ ਵਾਸਤੇ ਉਹਨਾਂ ਨੇ ਲਿਬਾਸ ਧਾਰਿਆ ਹੋਇਆ ਹੈ। ਇਹੋ ਜਿਹੇ ਸਾਧੂ ਅਤਿਥੀ ਨਹੀਂ ਕਹੇ ਜਾ ਸਕਦੇ। ਉਦਰ ਕਾਰਨ ਆਪਣੇ, ਮਹੱਲਾ ਤੀਜਾ। ਜੇ ਪਰ ਕਰ ਭੋਜਨ ਕਰੇ ਨਾ,
ਇਹ ਤੀਜੇ ਪਾਤਸ਼ਾਹ ਗੁਰੂ ਸਾਹਿਬ ਦੇ ਬਚਨ ਹਨ ਕਿ ਅਭਿਆਗਤ ਇਹ ਨਾ ਆਖੀਆਂ ਨ, ਇਹੋ ਜਿਹੇ ਸਾਧੂ ਨਹੀਂ ਕਹੇ ਜਾਂਦੇ ਜੇ ਪਰ ਘਰ ਭੋਜਨ ਕਰੇਨ। ਜਿਹੜੇ ਪਰਾਏ ਘਰਾਂ ਵਿੱਚ ਜਾ ਕੇ ਕੇਵਲ ਭੋਜਨ ਦਾ ਹੀ ਜੁਗਾੜ ਲੜਾਉਂਦੇ ਨੇ ਖਾਣ ਪੀਣ ਵਾਸਤੇ, ਤੇ ਇੱਧਰ ਉੱਧਰ ਨਾਲੇ ਝਾਕੀ ਜਾਣਾ ਨਾਲੇ ਬਾਤਾਂ ਮਾਰੀ ਜਾਣੀਆਂ। ਜਿਹਨੇ ਬੁਲਾਇਆ ਹੈ ਉਹਦੀ ਅਰਦਾਸ ਕਰਨੀ ਹੈ, ਕੋਈ ਰੱਬ ਦਾ ਭਜਨ ਨਹੀਂ, ਕੋਈ ਬੰਦਗੀ ਨਹੀਂ, ਕੋਈ ਸਤਿਨਾਮ ਵਾਹਿਗੁਰੂ ਦਾ ਜਾਪ ਨਹੀਂ। ਕਾਰ ਸੇਵਾ ਵਾਲੇ ਮਹਾਂਪੁਰਖ ਮੈਨੂੰ ਬਹੁਤ ਚੰਗੇ ਲੱਗਦੇ ਨੇ, ਕਿਉਂਕਿ ਜੇ ਉਹਨਾਂ ਕੋਲੋਂ ਕੋਈ ਰੋਟੀ ਖਾਣ ਜਾਵੇ ਤੇ ਉਹ ਕਹਿੰਦੇ ਪੁੱਤ ਪਹਿਲਾਂ ਇੱਥੇ ਬੈਠ ਕੇ 2 ਘੰਟੇ ਸਤਿਨਾਮ ਵਾਹਿਗੁਰੂ ਦਾ ਜਾਪ ਜਾਪ। ਅੱਡੀਆਂ ਚੁੱਕ ਚੁੱਕ ਹੀ ਬਹਿੰਦੇ ਹੋ, ਲੰਗਰ ਖੁੱਲ੍ਹਿਆ ਕਿ ਨਹੀਂ ਖੁੱਲ੍ਹਿਆ, ਇੱਥੇ ਬਹਿੰਦੇ ਕਿਉਂ ਨਹੀਂ? ਆਪਾਂ ਦਿੱਲੀ ਜਾਣਾ ਅੰਬੈਸੀ 'ਚ ਵੀਜ਼ਾ ਲਵਾਉਣ ਲਈ, ਤੇ ਉਹ ਮਹਾਂਪੁਰਖਾਂ ਨੇ ਲੰਗਰ ਤੋਂ ਪਹਿਲਾਂ ਜਾਪ ਸ਼ੁਰੂ ਕੀਤਾ ਹੁਣ, ਤੇ ਸਾਨੂੰ ਦਬਕੇ ਮਾਰਨੇ ਤੇ ਕਹਿਣਾ ਵੀ ਗੱਲ ਤਾਂ ਸਹੀ ਹੈ। ਇਹ ਵੇਖਣ ਵਾਸਤੇ ਥੋੜ੍ਹਾ ਹੈ, ਬੈਠ ਕੇ ਕਰਨ ਵਾਸਤੇ ਵੀ ਹੈ। ਪੂਰੇ 2 ਘੰਟੇ ਸ਼ਾਮਾਂ ਨੂੰ, ਤੇ ਉਸ ਤੋਂ ਬਾਅਦ ਸਤਿਨਾਮ ਵਾਹਿਗੁਰੂ ਦੇ ਜਾਪ ਤੋਂ ਬਾਅਦ ਕਹਿੰਦੇ ਹੁਣ ਬੈਠੋ ਭਾਈ ਲੰਗਰ ਛਕੋ। ਤੇ ਅੰਮ੍ਰਿਤ ਵੇਲੇ ਵੀ 4 ਵਜੇ ਸੁੱਤਿਆਂ ਨੂੰ ਉਠਾ ਦੇਣਾ, ਕਹਿਣਾ ਵੀ ਨਹਾ ਕੇ ਇੱਧਰ ਨਾਮ ਜਪੋ। ਉਸ ਤੋਂ ਬਾਅਦ ਫਿਰ ਛਕ ਛਕਾ ਕੇ ਕਾਰ ਸੇਵਾ। ਤੇ ਸਾਡਾ ਕੰਮ ਕੀ ਹੈ? ਬਾਤਾਂ ਮਾਰਦਿਆਂ ਤੁਰੇ ਜਾਣਾ, ਤੇ ਬੈਠ ਕੇ ਵੀ ਬਾਤਾਂ ਮਾਰੀ ਜਾਣੀਆਂ, ਖਾ ਪੀ ਕੇ ਢਿੱਡ 'ਚ ਹੱਥ ਫੇਰ ਕੇ ਕਹਿਣਾ ਆਹਾ ਹਾ ਹਾ ਬੜਾ ਚੰਗਾ ਬਣਿਆ, ਇੰਨਾ ਸਵਾਦ। ਬੰਦਾ ਪੁੱਛੇ ਵੀ ਕਦੀ ਰੋਟੀ ਨਹੀਂ ਖਾਧੀ? ਖਾ ਕੇ ਸਿਫਤ ਕਰਨੀ ਤਾਂ ਬਿਲਕੁਲ ਹੀ ਨਿਕੰਮੇ ਬੰਦੇ ਦਾ ਕੰਮ ਹੈ, ਲਾਲਚੀ ਪੁਰਖ ਦਾ ਕੰਮ ਹੈ। ਵੀ ਜਿਸ ਤਰ੍ਹਾਂ ਕਦੇ ਕੁਝ ਖਾਧਾ ਨਹੀਂ ਹੁੰਦਾ, ਰੱਬ ਦਾ ਨਾਮ ਲੈਣਾ ਚਾਹੀਦਾ ਹੈ। ਇਹ ਸੱਚੇ ਪਾਤਸ਼ਾਹ ਹੀ ਵਾਹਿਗੁਰੂ ਅਕਾਲ ਪੁਰਖ ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਮਣਾ। ਸ੍ਰੀ ਜਪਜੀ ਸਾਹਿਬ ਉਹ ਮੁਖ ਇੰਜ ਜਾਣੀਏ ਜਿਵੇਂ ਸੋ ਖਾਲੀ ਹੁੰਦੇ ਹਨ, ਨਾਮ ਵੀ ਹੋਣ ਸੋਨੇ ਸੇ ਮੁਖਾ। ਵਾਹਿਗੁਰੂ ਨਾਮ ਤੋਂ ਬਗੈਰ ਜਿਹੜੇ ਮੁਖ ਨੇ ਉਹ ਖਾਲੀ ਹਨ, ਨਾਮ ਵੀ ਹੋਣ ਸੋਨੇ ਸੇ ਮੁਖਾ। ਤੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਫਿੱਕਾ ਦਰਗਹਿ ਸਟੀਐ ਮੋਹਿ ਥੁੱਕਾਂ ਫਿੱਕੇ ਪਾਹੇ। ਉਹਨਾਂ ਦੇ ਮੂੰਹ ਦੇ ਉੱਪਰ ਥੁੱਕਾਂ ਪੈਂਦੀਆਂ ਹਨ ਜੋ ਵਾਹਿਗੁਰੂ ਦਾ ਨਾਮ ਨਹੀਂ ਜਪਦੇ, ਵਿਸ਼ੇ ਵਿਕਾਰਾਂ ਵਾਲੇ ਫਿੱਕੇ ਬਚਨਾਂ ਨੂੰ ਬੋਲਦੇ ਰਹਿੰਦੇ ਹਨ। ਮੋਹਿ ਥੁੱਕਾਂ ਫਿੱਕੇ ਪਾਹੇ, ਫਿੱਕਾ ਮੂਰਖ ਆਖੀਐ ਪਾਣਾ ਲਹੈ ਸਜਾਏ। ਜਿਹੜਾ ਫਿੱਕਾ ਵਿਸ਼ੇ ਵਿਕਾਰੀ ਬਚਨਾਂ ਨੂੰ ਬੋਲਣੇ ਵਾਲਾ ਉਹਨੂੰ ਜੁੱਤੀਆਂ ਦੀ ਸਜ਼ਾ ਮਿਲਦੀ ਹੈ। ਤੋ ਇਸ ਲਈ ਵਾਹਿਗੁਰੂ ਨਾਮ ਤੋਂ ਬਗੈਰ ਮੁਖ ਸੁੰਝੇ ਹਨ, ਤੇ ਜਿਨ੍ਹਾਂ ਮੁਖਾਂ ਦੇ ਵਿੱਚੋਂ ਵਾਹਿਗੁਰੂ ਨਾਮ ਨਹੀਂ ਨਿਕਲਦਾ ਉਹ ਸਜ਼ਾ ਦੇ ਭਾਗੀਦਾਰ ਹਨ। ਇਸ ਲਈ ਪਾਤਸ਼ਾਹ ਜੀ ਫਰਮਾਉਂਦੇ ਹਨ, ਘਰ ਦਰ ਸਭ ਸੱਚ ਹੈ। ਉਹਨਾਂ ਦਾ ਸਰੀਰ ਰੂਪ ਘਰ ਅਤੇ ਸਚਾਈ ਵਾਲਾ ਦਰ ਮੁਖ ਆਦਿਕ ਸਭ ਕੁਝ ਸਫਲ ਹੈ। ਤੇ ਅੰਤःਕਰਨ ਰੂਪੀ ਘਰ ਤੇ ਗਿਆਨ ਰੂਪੀ ਦਰਵਾਜ਼ਾ ਵੀ ਸੱਚਾ ਹੈ। ਜਿਸ ਵਿੱਚ ਸੱਚਾ ਨਾਮ, ਜਿਸ ਦੇ ਹਿਰਦੇ ਵਿੱਚ ਸੱਚਾ ਵਾਹਿਗੁਰੂ ਨਾਮ ਵਸਿਆ ਹੋਇਆ ਹੈ। ਸਭ ਸੱਚਾ ਹੁਕਮ ਵਰਤਦਾ, ਸਾਰਿਆਂ ਦੇ ਸਿਰ ਤੇ ਸੱਚੇ ਪਰਮੇਸ਼ਰ ਦਾ ਹੀ ਹੁਕਮ ਵਰਤ ਰਿਹਾ ਹੈ। ਗੁਰਮੁਖ ਸੱਚ ਸਮਾਓ, ਹਰ ਗੁਰਮੁਖ ਜਨਾਂ ਦਾ ਸੱਚ ਸਰੂਪ ਦੇ ਵਿੱਚ ਸਮਾਉਣਾ ਮਿਲਣਾ ਹੁੰਦਾ ਹੈ। ਸੱਚਾ ਆਪ ਤਖਤ ਸੱਚਾ, ਉਹ ਪਰਮੇਸ਼ਰ ਆਪ ਸੱਚਾ ਤੇ ਉਸ ਦਾ ਅਧਿਸ਼ਠਾਨ ਰੂਪ ਹੋਣ ਕਰਕੇ ਸੰਸਾਰ ਰੂਪੀ ਤਖਤ ਵੀ ਸੱਚਾ ਹੈ। ਜੇ ਬੈ ਸੱਚਾ ਕਰੇ ਨਿਆਓ, ਅਤੇ ਸੱਚਾ ਆਪ ਹੀ ਦਰਗਾਹ ਵਿੱਚ ਬੈਠ ਕੇ ਪਾਪ ਪੁੰਨ ਦਾ ਨਿਆਉ ਨਿਰਣਾ ਕਰਦਾ ਹੈ।
ਇਸੇ ਪ੍ਰਕਾਰ ਸੱਚਾ ਆਪ ਤਖਤ ਸੱਚਾ, ਉਹ ਪਰਮੇਸ਼ਰ ਆਪ ਸੱਚਾ ਹੈ, ਉਸ ਦਾ ਸਤ ਸੰਗਤ ਰੂਪੀ ਤਖਤ ਵੀ ਸੱਚਾ ਹੈ। ਬਹਿ ਸੱਚਾ ਕਰੀ ਨਿਆਓ, ਹਰ ਉਸ ਉੱਤੇ ਬੈਠ ਕੇ ਆਪ ਹੀ ਸੱਚਾ ਨਿਰਣਾ ਕਰਦਾ ਹੈ। ਜਾਂ ਇਸੇ ਪ੍ਰਕਾਰ ਬਹਿ ਸੱਚਾ ਕਰੀ ਨਿਆਓ, ਉਤੇ ਸੱਚਾ ਗੁਰੂ ਰੂਪ ਹੋ ਕੇ ਜਾਂ ਸੱਚਾ ਮਹਾਤਮਾ ਰੂਪ ਹੋ ਕੇ ਸਤ ਸੰਗਤ ਰੂਪੀ ਤਖਤ ਤੇ ਬੈਠ ਕੇ ਜਗਿਆਸੂਆਂ ਨੂੰ ਤਾਰਨ ਰੂਪ ਸੱਚਾ ਨਿਰਣਾ ਕਰਦਾ ਹੈ। ਇਸੇ ਪ੍ਰਕਾਰ ਸੱਚਾ ਆਪ ਤਖਤ ਸੱਚਾ, ਪਰਮਾਤਮਾ ਆਪ ਸੱਚਾ ਹੈ ਤੇ ਸੱਚਾ ਹੀ ਉਸ ਦਾ ਤਖਤ ਹੈ। ਬਹਿ ਸੱਚਾ ਕਰੀ ਨਿਆਓ, ਅਤੇ ਆਪ ਹੀ ਸੱਚਾ ਧਰਮ ਰਾਜਾ ਰੂਪ ਹੋ ਕੇ ਨਿਆਉ ਕਰਦਾ ਹੈ ਬੈਠ ਕੇ ਦਰਗਾਹ ਦੇ ਵਿੱਚ। ਇਸੇ ਪ੍ਰਕਾਰ ਸੱਚਾ ਆਪ ਤਖਤ ਸੱਚਾ, ਪਰਮਾਤਮਾ ਆਪ ਸੱਚਾ ਤੇ ਸੱਚਾ ਹੀ ਅੰਤःਕਰਨ ਰੂਪੀ ਤਖਤ ਹੈ। ਬਹਿ ਸੱਚਾ ਕਰੀ ਨਿਆਓ, ਉੱਥੇ ਬੈਠ ਕੇ ਸੱਚਾ ਸਾਥੀ ਰੂਪ ਹੋ ਕੇ ਨਿਰਣਾ ਕਰਦਾ ਹੈ, ਭਾਵ ਇੰਦਰੀਆਂ ਨੂੰ ਪ੍ਰੇਰ ਕੇ ਸੱਚ ਦੀ ਪ੍ਰਾਪਤੀ ਵੱਲ ਆਉਂਦਾ ਹੈ। ਸਭ ਸੱਚੋ ਸੱਚ ਵਰਤਦਾ, ਸਾਰੀਆਂ ਥਾਵਾਂ ਦੇ ਵਿੱਚ ਸੱਚਾ ਹੀ ਸੱਚਾ ਵਰਤਦਾ ਹੈ, ਜਾਂ ਸਾਰਿਆਂ ਵਿੱਚ ਨਿਸ਼ਚੈ ਕਰਕੇ ਸੱਚਾ ਪਰਮੇਸ਼ਰ ਹੀ ਵਰਤ ਰਿਹਾ ਹੈ। ਗੁਰਮੁਖ ਲਖ ਲਖਾਈ, ਗੁਰਮੁਖ ਜਨ ਆਪ ਗੁਰਾਂ ਦੁਆਰਾ ਲਖਣ ਤੋਂ ਰਹਿਤ ਸਰੂਪ ਨੂੰ ਲਖਦੇ ਜਾਣਦੇ ਹਨ ਅਤੇ ਹੋਰਨਾਂ ਤਾਈਂ ਲਿਖਾਉਣਾ ਭਾਵ ਜਣਾਉਣਾ ਕਰਦੇ ਹਨ। ਵਾਹ ਵਾਹ ਸੱਚੇ ਪਾਤਸ਼ਾਹ, ਇਸ ਕਰਕੇ ਗੁਰਮੁਖ ਜਨਾਂ ਦਾ ਇਹੀ ਨਿਸ਼ਚਾ ਹੈ ਕਿ ਇਹ ਸੱਚੇ ਪਾਤਸ਼ਾਹ ਤੂੰ ਅਚਰਜ ਅਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਅਤੇ ਤੂੰ ਆਪ ਹੀ ਸੱਚੀ ਮਹਿਮਾ ਸੱਚੀ ਆਵਾਜ਼ ਵਾਲਾ ਹੈ। ਇਹ ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਵਾਲੀ ਪੰਕਤੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਹੁਕਮ ਮੁਤਾਬਕ ਪੜ੍ਹੀ ਗਈ ਹੈ, ਕਿਉਂਕਿ ਗੁਰੂ ਸਾਹਿਬ ਦਾ ਹੁਕਮ ਹੈ ਕਿ ਹਰੇਕ ਪੌੜੀ ਤੋਂ ਸਮਾਪਤੀ ਤੋਂ ਬਾਅਦ ਇਹ ਪੰਕਤੀ, ਜਿਵੇਂ ਰਾਗੀ ਸਿੰਘ ਅੰਤਰੇ ਤੋਂ ਬਾਅਦ ਸਥਾਈ ਲਾਉਂਦੇ ਨੇ, ਇਉਂ ਸਥਾਈ ਰੂਪ ਜਾਣ ਕੇ ਇਹ ਪੰਕਤੀ ਲਾਜ਼ਮੀ ਪੜ੍ਹਨੀ ਹੈ। ਸ਼ਲੋਕ ਮਹਲਾ ਤੀਜਾ, ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਰਾਮਕਲੀ ਦੀ ਇਹ ਪਹਿਲੀ ਵਾਰ ਦਾ 6ਵਾਂ ਸ਼ਲੋਕ ਸੰਪੂਰਨ ਹੋਇਆ। 7ਵਾਂ ਸ਼ਲੋਕ ਉਚਾਰ ਰਹੇ ਹਨ। ਰਹਿ ਨਾਇਰ ਮਾਹੇ ਅਨੰਤ ਹੈ, ਰਹਿ ਨਾਇਰ ਦਾ ਅਰਥ ਹੈ ਸਮੁੰਦਰ। ਸੰਸਾਰ ਇੱਕ ਸਮੁੰਦਰ ਹੈ, ਜਾਂ ਸਤ ਸੰਗਤ ਰੂਪੀ ਸਮੁੰਦਰ ਦੇ ਵਿੱਚ ਅੰਤ ਤੋਂ ਰਹਿਤ ਪਰਮੇਸ਼ਰ ਆਪ ਵਸ ਰਿਹਾ ਹੈ। ਕੂੜੀ ਆਵੈ ਜਾਏ, ਪਰ ਪਦਾਰਥਾਂ ਵਿੱਚ ਲੱਗ ਕੇ ਜਾਂ ਹਰੀ ਨੂੰ ਭੁੱਲ ਕੇ ਝੂਠੀ ਸ੍ਰਿਸ਼ਟੀ ਜੰਮ ਕੇ ਆਉਂਦੀ ਹੈ ਤੇ ਮਰ ਕੇ ਜਾਂਦੀ, ਇਉਂ ਹਲਟ ਦੀਆਂ ਟਿੰਡਾਂ ਵਾਂਗ ਜੰਮਦੀ ਮਰਦੀ ਰਹਿੰਦੀ ਹੈ। ਇਸੇ ਪ੍ਰਕਾਰ ਰਹਿ ਨਾਇਰ ਮਾਹੇ ਅਨੰਤ ਹੈ, ਰਹਿ ਨਾਇਰ ਦਾ ਦੂਸਰਾ ਅਰਥ ਹੈ ਚੰਦਰਮਾ। ਸਤਿਗੁਰੂ ਜੀ ਚੰਦਰਮਾ ਦੀ ਤਰ੍ਹਾਂ ਹਨ, ਜੋ ਗਿਆਨ ਰੂਪ ਕਿਰਨਾਂ ਦਾ ਘਰ ਹਨ ਅਤੇ ਅੰਤ ਤੋਂ ਰਹਿਤ ਨੇ। ਜਾਂ ਚਿਦਾਕਾਸ਼ ਰੂਪ ਬ੍ਰਹਮ ਸਤਿਗੁਰਾਂ ਦੇ ਹਿਰਦੇ ਵਿੱਚ ਵਸ ਰਿਹਾ ਹੈ। ਕੂੜੀ ਆਵੈ ਜਾਏ, ਪਰ ਸਤਿਗੁਰਾਂ ਦੇ ਉਪਦੇਸ਼ ਤੋਂ ਬਿਨਾਂ ਝੂਠੀ ਸ੍ਰਿਸ਼ਟੀ ਆਉਣ ਜਾਣ ਵਿੱਚ ਲੱਗੀ ਹੋਈ ਹੈ। ਜਾਂ ਇਸੇ ਪ੍ਰਕਾਰ ਰਹਿ ਨਾਇਰ ਮਾਹੇ ਅਨੰਤ ਹੈ, ਚਿਦਾਕਾਸ਼ ਰੂਪ ਬ੍ਰਹਮ ਸਤਿਗੁਰਾਂ ਦੇ ਹਿਰਦੇ 'ਚ ਵਸ ਰਿਹਾ ਹੈ। ਕੂੜੀ ਆਵੈ ਜਾਏ, ਜਿਨ੍ਹਾਂ ਦੀ ਦੇਵੀ ਦੇਵਤਿਆਂ ਦੇ ਝੂਠੀ ਸ਼ਰਧਾ ਹੈ, ਉਹ ਜੰਮਦੇ ਮਰਦੇ ਰਹਿੰਦੇ, ਸਤਿਗੁਰਾਂ ਦਾ ਉਪਦੇਸ਼ ਲੈ ਕੇ
ਜੀਵਨ ਮੁਕਤੀ ਦਾ ਲਾਭ ਨਹੀਂ ਉਠਾ ਸਕਦੇ। ਭਾਣ ਚੱਲੈ ਆਪਣ, ਜਿਹੜੇ ਪੁਰਖ ਆਪਣੇ ਖਿਆਲ ਦੇ ਅਨੁਸਾਰ ਚੱਲਦੇ ਨੇ, ਅਮੋੜ ਆ ਜਿਹੜੇ ਬਲਦ, ਡੰਗਰ, ਖੋਤੇ, ਪਸ਼ੂ ਆਦਿਕ ਹੁੰਦੇ ਹਨ। ਪਸ਼ੂ ਦਾ ਅਰਥ ਹੀ ਪਛੜਿਆ ਹੋਇਆ ਹੈ। ਤੋ ਜਿਹਨੂੰ ਸਮਝ ਨਾ ਆਏ, ਆਪਦੀ ਮਰਜ਼ੀ ਮੁਤਾਬਕ ਉਲਟਾ ਸਿੱਧਾ, ਸੱਜੇ ਖੱਬੇ, ਮਾਲਕ ਦੇ ਹੁਕਮ ਦੇ ਵਿੱਚ ਸਿੱਧੇ ਰਸਤੇ ਨਾ ਤੁਰੇ, ਤੋ ਉਹ ਪਛੜਿਆ ਹੋਇਆ ਮਨਮੁਖ। ਜਿਹੜੇ ਪੁਰਖ ਐਸੇ ਆਪਦੀ ਮਰਜ਼ੀ, ਆਪਦੇ ਖਿਆਲ ਅਨੁਸਾਰ ਸੋ ਭਗਤੀ ਭਾਵ ਦੇ ਰਸਤੇ ਨੂੰ ਤਿਆਗ ਕੇ, ਜਿਵੇਂ ਭਾਈ ਗੁਰਦਾਸ ਸਾਹਿਬ ਨੇ ਲਿਖਿਆ, ਗੁਰਮੁਖ ਗਾੜੀ ਰਾਹੋ ਚਲੰਦਾ, ਹਾਈਵੇ ਮੋਟਰਵੇ ਨੂੰ ਛੱਡ ਕੇ ਪੱਗ ਡੰਡੀਆਂ ਦੇ ਟੋਇਆਂ ਟਿੱਬਿਆਂ ਦੇ ਵਿੱਚ ਠੇਡੇ ਖਾਂਦੇ, ਸੰਸਾਰ ਦੇ ਵਿੱਚ ਵਿਕਾਰੀ ਖੇਡ ਵਿੱਚ ਚੱਲਦੇ ਹਨ। ਬਹੁਤ ਦਿਲ ਹੈ ਸਜਾਏ, ਉਹ ਪਰਲੋਕ ਵਿੱਚ ਜਾ ਕੇ ਨਰਕਾਂ ਦੇ ਅੰਦਰ ਬਹੁਤੀ ਸਜ਼ਾ ਲੈਣਗੇ, ਇੱਥੇ ਵੀ ਸਜ਼ਾ ਭੋਗਦੇ ਹਨ। ਰਹਿਣਾ ਅਰਮਹਿ ਸਭ ਕਿਛ ਹੈ, ਸੰਸਾਰ ਰੂਪੀ ਸਮੁੰਦਰ ਵਿੱਚ ਜਾਂ ਗੁਰੂ ਰੂਪੀ ਸਮੁੰਦਰ ਵਿੱਚ ਜਾਂ ਸਤਸੰਗਤ ਰੂਪੀ ਸਮੁੰਦਰ ਵਿੱਚ ਸਾਰਾ ਕੁਝ ਹੈ। ਭਾਵ ਪ੍ਰਤੱਖ ਪਦਾਰਥ ਹਨਗੇ, ਸਤ ਸੰਦੋਖ ਆਦਿਕ ਸ਼ੁਭ ਗੁਣਾ ਰੂਪੀ ਪਦਾਰਥ ਵੀ ਹਨਗੇ, ਪਰ ਕਰਮੀ ਪੱਲੇ ਪਾਏ, ਗੁਰਾਂ ਦੀ ਕਿਰਪਾ ਕਰਕੇ ਹੀ ਹਿਰਦੇ ਰੂ ਪੱਲੇ ਵਿੱਚ ਸ਼ੁਭ ਗੁਣ ਪੈਂਦੇ ਹਨ। ਜਾਂ ਪੂਰਬਲੇ ਨਿਸ਼ਕਾਮ ਕਰਮਾਂ ਦੇ ਸਦਕਾ ਪ੍ਰਭੂ ਦੀ ਮਿਹਰ ਨਾਲ ਬੁੱਧੀ ਰੂ ਪੱਲੇ 'ਚ ਪੈਂਦੇ ਨੇ। ਗੁਰ ਸਾਗਰ ਰਤਨੀ ਭਰ ਪੂਰੇ, ਅੰਮ੍ਰਿਤ ਸੰਦ ਚੁਗੈ ਨੀ ਦੂਰੇ, ਹਰ ਰਸ ਚੋਗ ਚੁਗੈ ਪ੍ਰਭਾਵੈ, ਸਰਵਰ ਮੈਂ ਹੰਸ ਪ੍ਰਾਨ ਪਤ ਪਾਵੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਰੂਪੀ ਸਮੁੰਦਰ ਦੇ ਵਿੱਚ ਸਭ ਕੁਝ ਹੈ। ਸਾਚੇ ਸਾਹਿਬ ਕਿਆ ਨਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਭਾਵੈ। ਇਸ ਲਈ ਮਹਾਰਾਜ ਦੀ ਬਾਣੀ ਦੇ ਵਿੱਚ ਕੋਈ ਇਹੋ ਜਿਹੀ ਵਸਤੂ ਨਹੀਂ ਜਿਹੜੀ ਨਾ ਹੋਵੇ। थाल विच तिन वस्तु पइयो, सत्संदोख विचारो, अमृत नाम ठाकुर का पइयो, जिसका सबसे आधारो, जेको खावै जेको पुंचै, तिसका होए उधारो, एहे वस्त तजी न जाई, नित नित रख तारो, तम संसार चरण लग तरियै, सब नानक ब्रह्म बसारो। जैसे तो सकल निध पूरन समुंदर विखै, हंस मरजीवा निश्चय प्रसाद पावै, जैसे बन विखै मलियागर सुंधा कपूर, सोध कै सुबासी सुबास बेह सावै, जैसे हीरा मानक जैसे पर्वत हीरा मानक पारस सिद्ध, खन वारा खन जग विखै प्रगटावै। जिस तरह समुद्र दे विच बड़े रतन जवाहरात ने, पर जिहड़ा इशनान करन तो ही झिझकता है, गर्मियां दे विच भी कई दिन नहाउंदा नहीं, समुद्र दे किनारे खड़ा डरी जा रहा है विच वड़ के, ते इशनान करन दा हीया नहीं, ते उन्हें इन्हां चीज़ां दी भला प्राप्ति की कर लैनी है। जिहड़ा टुब्बी मारन वाला है, टोबू बंदा है, ਉਹੀ ਛਾਲ ਮਾਰ ਕੇ ਉਹਨਾਂ ਚੀਜ਼ਾਂ ਨੂੰ ਲੱਭ ਸਕਦਾ ਹੈ। ਜਿਸ ਪ੍ਰਕਾਰ ਜੰਗਲ ਦੇ ਵਿੱਚ ਜੜੀਆਂ ਬੂਟੀਆਂ ਤਾਂ ਬਹੁਤ ਨੇ, ਪਰ ਜਿਸ ਨੂੰ ਪਹਿਚਾਣ ਨਹੀਂ ਹੈ ਉਹ ਭਲਾ ਕੀ ਫਾਇਦਾ, ਕੀ ਲਾਭ ਲੈ ਸਕੇਗਾ। ਵੇਖੋ, ਸੋ ਲਛਮਣ ਜਦ ਮੂਰਛਿਤ ਹੋ ਗਿਆ ਸੀ ਤਾਂ ਸਿਆਣੇ ਵੈਦ ਨੇ ਹਨੂਮਾਨ ਦੇ ਰਾਹੀਂ ਉਹ ਪਹਾੜਾਂ ਦੀ ਬੂਟੀ ਮੰਗਾ ਕੇ ਘੋੜ ਕੇ ਪਿਆ ਕੇ ਉਹਨੂੰ ਹੋਸ਼ ਵਿੱਚ ਲੈ ਆਉਂਦਾ। ਮਤਲਬ ਮਰਿਆਂ ਨੂੰ ਵੀ ਜੀਵਤ ਕਰਨ ਵਾਲੀਆਂ ਬੂਟੀਆਂ ਜਿਹੜੀਆਂ ਕਮਾਲ ਦੀਆਂ ਨੇ। ਆਯੁਰਵੈਦਿਕ ਲੋਕ ਉਹਨਾਂ ਬੂਟੀਆਂ ਤੋਂ ਹੀ ਲਾਭ ਪ੍ਰਾਪਤ ਕਰਦੇ, ਦਵਾਈਆਂ ਤਿਆਰ ਕਰਦੇ ਨੇ। ਜਿਸ ਤਰ੍ਹਾਂ ਪਹਾੜਾਂ ਦੇ ਉੱਪਰ ਪਾਰਸਾਦਿਕ ਬੜੇ ਸੁੰਦਰ ਪੱਥਰ ਹਨ ਜਿਹੜੇ ਲੋਹੇ ਨੂੰ ਸੋਨਾ ਬਣਾਉਣ ਦੀ ਸਮਰੱਥਾ ਰੱਖਦੇ, ਪਰ ਜਿਹੜਾ ਘਰ ਚੋਂ ਹੀ ਬਾਹਰ ਨਹੀਂ ਜਾਂਦਾ, ਕੰਮ ਕਰਕੇ ਰਾਜੀ ਨਹੀਂ, ਹੱਥ 'ਤੇ ਹੱਥ ਰੱਖ ਕੇ ਇਹੀ ਕਹੀ ਜਾਂਦਾ ਕਿ ਰੱਬ ਦੇਏਗਾ ਤੇ ਆਪਾਂ ਖਾਵਾਂਗੇ, ਉਹਨੇ ਭਲਾ ਕੀ ਪ੍ਰਾਪਤ ਕਰ ਲੈਣਾ। ਜਿਹੜਾ ਆਲਸੀ ਬੰਦਾ ਹੈ, ਜਿਹੜਾ ਮਿਹਨਤ ਕਸ ਮਜ਼ਦੂਰ ਹੈ,
ਉਹੀ ਪਹਾੜਾਂ ਦੇ ਚੜ੍ਹ ਕੇ ਉਹਨਾਂ ਚੀਜ਼ਾਂ ਨੂੰ ਪ੍ਰਾਪਤ ਕਰ ਸਕਦਾ। ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨਿਪਜਾਵੇ। ਇਸੇ ਪ੍ਰਕਾਰ ਗੁਰਬਾਣੀ ਦੇ ਵਿੱਚ ਸਾਧ ਸੰਗਤ ਰੂਪੀ ਘਰ ਦੇ ਵਿੱਚ ਸਾਰੇ ਪਦਾਰਥ ਲੁਕੇ ਹੋਏ ਨੇ। ਜਿਹੜਾ ਵੀ ਲੱਭਦਾ ਹੈ ਸੋ ਖੋਜੀ ਹੋ ਕੇ ਸ਼ਰਧਾ ਸੰਯੁਕਤ ਹੋ ਕੇ ਉਹੀ ਪ੍ਰਾਪਤ ਕਰ ਸਕਦਾ ਹੈ। ਨਾਨਕ ਨੌ ਨਿਧ ਪਾਈਐ। ਇੱਕ ਕਰਮੀ ਪੱਲੇ ਪਾਏ, ਮਿਹਰ ਨਾਲ ਵੀ ਪੱਲੇ 'ਚ ਪੈਂਦਾ ਹੈ। ਸਤਿਗੁਰੂ ਦੀ ਕਿਰਪਾ ਵੀ ਹੈ, ਮਿਹਨਤ ਵੀ ਹੋਵੇ, ਉਦਮ ਵੀ ਹੋਵੇ। ਉਦਮ ਕਰ ਹਰ ਜਾਪਣਾ ਤੇ ਉਦਮ ਕਰ ਹਰ ਜਾਪਣਾ। ਤੇ ਇਉਂ ਮਹਾਰਾਜ ਨੇ ਆਖਿਆ ਹੈ ਕਿ ਉਦਮ ਕਰਕੇ ਵਾਹਿਗੁਰੂ ਦੇ ਨਾਮ ਨੂੰ ਜਪਣਾ ਤੇ ਸੰਤ ਸੰਗਰ ਸਿਮਰਨਾ ਮਲ ਜਨਮ ਜਨਮ ਕੀ ਕਾਟ। ਸੰਤ ਦੀ ਸੰਗਤ ਵਿੱਚ ਉਦਮ ਕਰਕੇ ਆ ਕੇ ਬਹਿ ਕੇ ਨਾਮ ਜਪਣ ਦੇ ਨਾਲ ਹੀ ਮੈਲ ਕੱਟੀ ਜਾਂਦੀ, ਗੁਰੂ ਸਾਹਿਬ ਦੀ ਕਿਰਪਾ ਹੁੰਦੀ ਹੈ। ਨਾਨਕ ਨੌ ਨਿਧ ਪਾਈ ਹੈ। ਜਿਹੜੇ ਉਦਮੀ ਪੁਰਖ ਹਨ ਉਹ 9 ਨਿਧੀਆਂ 18 ਸਿੱਧੀਆਂ ਗੁਰੂ ਘਰ ਦੇ ਵਿੱਚੋਂ ਪ੍ਰਤੱਖ ਪ੍ਰਾਪਤ ਕਰ ਲੈਂਦੇ ਨੇ। ਜਿੰਨਾ ਮਰਜੀ ਖਾਵੇ ਖਰਚੇ ਰਲ ਮਿਲ ਭਾਈ, ਤੋੜਨਾ ਵੈ ਵਧੂ ਜਾਈ ਦੇ ਬਚਨਾਂ ਮੁਤਾਬਕ ਹੈ। ਸੋ ਰੱਬ ਦੇ ਘਰ ਦੇ ਖਜ਼ਾਨੇ ਵਿੱਚ ਘਾਟਾ ਨਹੀਂ ਆਉਂਦਾ। ਜਾਂ 9 ਨਿਧ ਨਾਮ ਹੈ ਨਬਦਾ ਭਗਤੀ ਦਾ। ਸਰਵਣ ਸਿਮਰਨ ਕੀਰਤਨ ਪਾਦ ਸੇਵੇ ਅਰਚਾਨ, ਦਾਸ ਸਖਾਪਨ ਬੰਦਨਾ ਸਰਬ ਨਿਵੇਦਨ ਜਾਣ। ਇਹ ਨਬਦਾ ਭਗਤੀ ਪ੍ਰਾਪਤ ਕਰ ਲੈਂਦੇ ਨੇ। ਜਾਂ 9 ਨਿਧ ਦਾ ਮਤਲਬ 9 ਗੋਲਕਾਂ ਦੇ ਆਸਰਾ ਰੂਪ ਸੱਚ ਸਰੂਪ ਨੂੰ ਪਾਉਣਾ ਕਰੀਦਾ ਹੈ। ਜੇ ਚੱਲੈ ਤਿਸੈ ਰਜਾਏ। ਕੁਛ ਵੀ ਨਾ ਕਰੇ ਪਰ ਵਾਹਿਗੁਰੂ ਦੀ ਗੁਰੂ ਸਾਹਿਬ ਦੀ ਆਗਿਆ 'ਤੇ ਚੱਲੇ, ਆਪਦੀ ਮਰਜ਼ੀ ਨੂੰ ਤਿਆਗ ਦੇਵੇ। ਮਨ ਕੀ ਮਤ ਤਿਆਗੋ ਹਰ ਜਨ। ਇਹ ਗੱਲ ਕਰਨੀ ਸੌਖੀ ਹੈ, ਹਰੀ ਦੇ ਜਨਾਂ ਨੇ ਮਨ ਦੀ ਮਤ ਤਿਆਗੀ ਹੈ। ਮਾਰੇ ਕਹਿੰਦੇ ਤੁਸੀਂ ਵੀ ਤਿਆਗ ਦਿਓ, ਪਰ ਇਹ ਬਾਤ ਇਕੱਠਿਆਂ ਦੀ ਗੱਲ ਹੈ ਬੜੀ ਔਖੀ। ਜੇਕਰ ਜੀਵ ਆਪਦੇ ਮਨ ਦੀ ਮਨੌਤ ਛੱਡ ਦੇਵੇ, ਹੰਕਾਰ ਛੱਡ ਦੇ ਤਾਂ ਤੇ ਵਾਹਿਗੁਰੂ ਦੀ ਰਜ਼ਾ ਆਗਿਆ ਦੇ ਵਿੱਚ ਚੱਲਣਾ ਕਰੇ ਤਾਂ ਹੀ ਨਾਨਕ ਨੌ ਨਿਧ ਪਾਈ ਹੈ। 9 ਨਿਧ ਰੂਪ ਜੋ ਪ੍ਰਭੂ ਦਾ ਨਾਮ ਸਾਡੇ ਹਿਰਦੇ ਵਿੱਚ ਲੁਕਿਆ ਹੋਇਆ ਹੈ। ਅਜੱਪਾ ਜਾਪ ਨਾ ਵਿਸਰੈ ਆ ਜੁਗਾਤ ਸਮਾਏ। ਸਾਰਿਆਂ ਦੇ ਹਿਰਦਿਆਂ 'ਚ ਜਪਾ ਜਾਪ ਹੋ ਰਹੀ ਹੈ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਅੰਮ੍ਰਿਤ ਰੂਪ 9 ਨਦੀਆਂ ਦੇ ਦੇਣ ਵਾਲਾ ਪ੍ਰਭੂ ਦਾ ਅੰਮ੍ਰਿਤ ਵਰਗਾ ਨਾਮ ਹੈ। 9 ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ। ਲੁਕਿਆ ਹੋਇਆ ਦੇਹ ਦੇ ਵਿੱਚ ਉਹ ਸਾਧ ਸੰਗਤ ਜੀਓ ਲੱਭ ਜਾਂਦਾ, ਪਾ ਲਈਦਾ ਹੈ। ਜੇ ਮਹਾਰਾਜ ਦੀ ਆਗਿਆ ਮੁਤਾਬਕ ਅੰਮ੍ਰਿਤ ਛਕੇ। ਆਗਿਆ ਕੀ ਹੈ? ਅੰਮ੍ਰਿਤ ਛਕੇ। ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਈ ਜੀਓ। ਨਾਮ ਜਪੇ ਨਿਤਨੇਮ ਕਰੇ, ਸੇਵਾ ਕਰੇ। ਇਉਂ ਸੰਗਤ ਦੇ ਸਨਮੁਖ ਨਿਮਰਤਾ ਸਹਿਤ ਰਹੇ। ਇਉਂ ਗੁਰੂ ਸਾਹਿਬ ਦੀ ਆਗਿਆ ਵਿੱਚ ਚੱਲੇ ਤਾਂ 9 ਨਿਧ ਰੂਪ ਪ੍ਰਭੂ ਦਾ ਨਾਮ ਪਾ ਲੈਂਦਾ ਹੈ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਸਹਿਜੇ ਸਤਿਗੁਰ ਨਾ ਸੇਵਿਓ। ਜਿਸ ਨੇ ਸ਼ਾਂਤੀ ਪੂਰਵਕ ਧੀਰਜਤਾ ਦੇ ਨਾਲ ਕਾਲੀ ਕਾਲੀ ਆਏ, ਕਾਲੀ ਕਾਲੀ ਚਲੇ ਗਏ, ਭੱਜ ਦੌੜ ਦੇ ਵਿੱਚ ਭਟਕਣਾ ਹੈ, ਮਨ ਦਾ ਟਿਕਾਓ ਨਹੀਂ ਹੈ। ਮਨ ਦੇ ਟਿਕਾਓ ਵਾਸਤੇ ਇਹ ਹਦਾਇਤ ਹੈ। ਕਈ ਵਾਰ ਆਪਾਂ ਵੇਖੋ ਕਿੰਨੇ ਪੈਸੇ ਖਰਚ ਕੇ, ਕਿੰਨੇ ਉਦਮ ਦੇ ਨਾਲ ਪੂਰਾ ਜ਼ੋਰ ਲਾ ਕੇ ਹੇਮਕੁੰਟ ਸਾਹਿਬ 'ਤੇ ਚੜ੍ਹੀਦਾ, ਤੇ ਚੜ੍ਹ ਕੇ ਜੇ ਬੰਦਾ ਇਸ਼ਨਾਨ ਹੀ ਨਾ ਕਰੇ, ਜਾਂਦਿਆਂ ਸਾਰ ਇਸ਼ਨਾਨ ਕਰਨਾ ਲਾਜ਼ਮੀ ਹੈ, ਇਸ਼ਨਾਨ ਕਰਕੇ ਉੱਥੇ ਘੜੀ ਬੈਠੇ ਹੀ ਨਾ। ਸੰਗਤ ਦਾ ਰੁਝਾਨ ਹੈ ਉੱਥੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਹੁੰਦਾ ਬੈਠ ਕੇ ਸੰਗਤ ਸੁਣਦੀ ਹੈ। ਇੱਕ ਅਰਦਾਸ 11 ਵਜੇ ਹੁੰਦੀ ਹੈ ਤੇ ਦੂਸਰੀ ਅਰਦਾਸ 2:30-3 ਵਜੇ ਹੁੰਦੀ ਹੈ। ਸੋ ਸੰਗਤ ਦਾ ਰੁਝਾਨ ਹੁੰਦਾ ਕਿ ਇੱਕ ਅਰਦਾਸ ਵਿੱਚ ਜ਼ਰੂਰ ਸ਼ਾਮਲ ਹੋਇਆ ਜਾਏ। ਤੋ ਹੁਕਮਨਾਮਾ ਆ ਰਿਹਾ ਹੈ, ਅਰਦਾਸ ਹੋ ਰਹੀ ਹੈ। ਤੇ ਕਿੱਡੀ ਦੂਰ ਵੇਖੋ ਹਰਿਮੰਦਰ ਸਾਹਿਬ ਆਪਾਂ ਗਏ ਆ ਤੇ ਸ਼ਾਂਤੀ ਦੇ ਨਾਲ ਲਾਈਨ ਦੇ ਵਿੱਚ ਲਾ ਕੇ
ਮੱਥਾ ਹੀ ਨਹੀਂ ਟੇਕ ਸਕੇ, ਬੈਠ ਕੇ ਕੀਰਤਨ ਨਹੀਂ ਸੁਣ ਸਕੇ, ਸਮਾਂ ਹੀ ਨਹੀਂ ਸੀ। ਤੋ ਇੰਨੀ ਯਾਤਰਾ ਦਾ, ਇੰਨੇ ਸਫ਼ਰ ਦਾ ਫਿਰ ਕੀ ਲਾਭ ਹੋਇਆ? ਵਾਧੂ ਦੀ ਥਕਾਵਟ ਵੀ ਕੀਤੀ, ਹਰਜਾ ਖਰਚਾ ਵੀ ਹੋਇਆ, ਬੈਠ ਕੇ ਪਾਠ ਤਾਂ ਕੀਤਾ ਕੋਈ ਨਹੀਂ। ਸੋ ਘੱਟ ਤੋਂ ਘੱਟ ਵੀ ਜੇ ਗੁਰਦੁਆਰਾ ਸਾਹਿਬ ਆਈਏ ਤਾਂ ਨਮਸਕਾਰ ਕਰਕੇ, ਚੌਂਕੜਾ ਮਾਰ ਕੇ, ਬਹੁਤਾ ਨਹੀਂ ਤਾਂ 5 ਵਾਰ ਮੂਲ ਮੰਤਰ ਦਾ ਪਾਠ ਪੜ੍ਹੀਏ ਅਤੇ 5 ਵਾਰ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪੀਏ। ਜੇ ਇੰਨਾ ਟਾਈਮ ਵੀ ਨਹੀਂ ਹੈ ਤੇ ਫਿਰ ਤਾਂ ਮੇਰੇ ਖਿਆਲ ਮੁਤਾਬਕ ਕੋਈ ਇੰਨਾ ਖਾਸ ਲਾਭ ਨਹੀਂ ਹੋਏਗਾ। ਤੋ ਇਸ ਲਈ ਪਾਤਸ਼ਾਹ ਜੀ ਕਥਨ ਕਰਦੇ ਨੇ ਕਿ ਸ਼ਾਂਤੀ ਚਾਹੀਦੀ ਹੈ, ਧੀਰਜ ਚਾਹੀਦੀ ਹੈ, ਸੋ ਸੰਤੋਖ ਚਾਹੀਦਾ ਇਨਸਾਨ ਦੇ ਮਨ ਦੇ ਵਿੱਚ। ਗਿਆਨ ਦੀ ਪ੍ਰਾਪਤੀ ਵਾਸਤੇ ਇਹਨਾਂ ਗੁਣਾਂ ਦੀ ਜ਼ਰੂਰਤ ਹੈ। ਜਿਹਨੇ ਗਿਆਨ ਪ੍ਰਾਪਤ ਕਰਨਾ, ਸਹਿਜ ਨਾਮ ਗਿਆਨ ਦਾ ਹੈ। ਜਿਹਨੇ ਗਿਆਨ ਦੀ ਪ੍ਰਾਪਤੀ ਕਰਨੀ ਹੈ ਤੇ ਸਹਿਜ ਨਾਮ ਸੰਤੋਖ ਦਾ ਹੈ, ਉਹਨੂੰ ਸੰਤੋਖੀ ਹੋਣਾ ਪਏਗਾ। ਸਹਿਜ ਨਾਮ ਧੀਰਜਤਾ ਦਾ ਹੈ, ਉਹਨੂੰ ਧੀਰਜ, ਰੱਬ ਵਰਗਾ ਹੌਸਲਾ ਰੱਖਣਾ ਪਏਗਾ। ਰੱਬ ਦਾ ਵੇਖੋ ਕਿੱਡਾ ਜਿਗਰਾ ਹੈ, ਸਾਨੂੰ ਉਹਨੇ ਜੰਮਿਆ, ਪਾਲਿਆ, ਪੜ੍ਹਾਇਆ, ਲਿਖਾਇਆ, ਖਾਣ ਪੀਣ ਨੂੰ ਦੇ ਰਿਹਾ, ਸਾਰਾ ਪ੍ਰਬੰਧ ਕਰ ਰਿਹਾ, ਤੇ ਫਿਰ ਵੀ ਅਸੀਂ ਉਹਦੇ ਤੋਂ ਬੇਮੁਖ ਮੁਨਕਰ। ਕਿਸੇ ਬੰਦੇ ਦੇ ਕੋਲ ਰਹੋ, ਉਹਦਾ ਖਾਓ, ਉਹਦੀ ਗੱਲ ਨਾ ਮੰਨੋ, ਅਗਲਾ ਕੱਢ ਕੇ ਉਹ ਮਾਰਦਾ ਵੀ ਚੰਗਾ ਇਹ ਬੰਦਾ ਮੈਨੂੰ ਜਾਣਦਾ ਹੀ ਨਹੀਂ। ਰੱਬ ਦਾ ਜਿਗਰਾ ਵੇਖੋ, ਉਹ ਸਾਡੇ ਮੂੰਹ ਵੱਲ ਵੇਖ ਰਿਹਾ ਵੀ ਬੰਦੇ ਕਰਦੇ ਕੀ ਪਏ ਨੇ। ਪਰ ਜਿੰਨਾ ਚਿਰ ਪ੍ਰਾਰਬਧ ਹੈ ਉਹਨਾਂ ਚਿਰ ਇਨਸਾਨ ਭੋਗਦਾ। ਰੱਬ ਕਿਸੇ ਨਾਲ ਵੈਰ ਨਹੀਂ ਕਰਦਾ, ਇਹਦੇ ਆਪ ਦੇ ਕਰਮ ਹੀ ਇਹਦੇ ਵੈਰੀ ਬਣ ਜਾਂਦੇ। ਤੋ ਇਸ ਤਰ੍ਹਾਂ ਬਾਬੇ ਫਰੀਦ ਵਰਗਾ ਜਿਗਰਾ ਚਾਹੀਦਾ, ਜਿਨ੍ਹਾਂ 50 ਸਾਲ ਦੇ ਕਰੀਬ ਬੰਦਗੀ ਕੀਤੀ, ਪਰ ਪਰਮਾਤਮਾ ਨੂੰ ਇੱਕ ਲਾਮਾ ਤੱਕ ਵੀ ਨਹੀਂ ਦਿੱਤਾ। ਇਹੀ ਆਖਿਆ ਕਿ ਦੇਖ ਬੰਦੇ ਕੇ ਭਾਗ, ਕਾਗਾ ਕਰੰਗ ਢੋਲਿਆ, ਸਗਲਾ ਖਾਇਆ ਮਾਸ, ਇਹ ਦੋਈ ਨਾ ਮਤ ਛੋਹ, ਫਿਰ ਦੇਖਣ ਕੀ ਆਸ। ਕਾਗਾ ਚੂਣ ਨਾ ਪਿੰਜਰਾ, ਬਸੇ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸੋ ਬਸੈ, ਮਾਸ ਨਾ ਤੇ ਦੁਖ ਆਏ। ਬੁੱਢਾ ਹੁਆ ਸੇਖ ਫਰੀਦ, ਕੰਬਨ ਲੱਗੀ ਦੇ, ਜੇ ਸੋ ਵਰਿਆ ਜੀਵਨ, ਪੀਤਨ ਹੋ ਸੀਖੇ। ਆਪਦੇ ਭਾਗਾਂ ਨੂੰ ਕੋਸਿਆ, ਰੱਬ ਨੂੰ ਮਾੜਾ ਨਹੀਂ ਆਖਿਆ। ਸਹਿਜੇ ਨਾਮ ਹੈ ਸ਼ਾਂਤੀ ਦਾ, ਇਉਂ ਜਿਸ ਨੇ ਸ਼ਾਂਤੀ ਪੂਰਵਕ, ਧੀਰਜਤਾ ਦੇ ਨਾਲ, ਸੰਤੋਖ ਦੇ ਨਾਲ ਗਿਆਨ ਦੀ ਪ੍ਰਾਪਤੀ ਲਈ ਪੂਰੇ ਸਤਿਗੁਰੂ ਦਾ ਸੇਵਨ ਨਹੀਂ ਕੀਤਾ ਜਾਂ ਪੂਰੇ ਸਤਿਗੁਰੂ ਦੀ ਸੇਵਾ ਨਹੀਂ ਕੀਤੀ। ਕਾਰ ਸੇਵਾ ਵਾਲੇ ਰੋਟੀ ਉਹਨੂੰ ਦਿੰਦੇ ਨੇ ਜਿਹੜੇ ਸੇਵਾ ਕਰਦੇ ਨੇ। ਜਿਹੜਾ ਕੋਈ ਰੋਟੀ ਖਾਣ ਆਏ ਉਹਨੂੰ ਕਹਿੰਦੇ ਚੱਲ ਟੋਕਰੀ ਫੜ, 5 ਟੋਕਰੀਆਂ ਸੁੱਟ। ਮੈਨੂੰ ਯਾਦ ਹੈ ਵੀ ਦਰਬਾਰ ਸਾਹਿਬ ਜਾਣਾ, ਨਿਆਣੇ ਦਾ ਕੰਮ ਕੀ ਹੁੰਦਾ? ਅੰਬਾਂ ਦੀ ਰੁੱਤ, ਅੰਬ ਵਰਤ ਰਹੇ ਨੇ। ਵਰਤਦੇ ਕਿਹਨਾਂ ਨੂੰ ਨੇ? ਜਿਹੜੇ ਧੁਆਈ ਸੇਵਾ ਪਰਿਕਰਮਾ ਧੋਣ ਵਾਲੇ। ਤੇ ਉਹਨਾਂ ਵੇਖਣਾ ਵੀ ਇਹ ਸੇਵਾ ਵਾਲੇ ਨੇ, ਉਹਨਾਂ ਨੂੰ ਅੰਬ ਦੇਣਾ। ਤੇ ਜੇ ਆਪਾਂ ਭੱਜੇ ਜਾਣਾ ਤੇ ਉਹ ਜਾਣ ਕੇ ਸਰੋਵਰ ਦੇ ਜਲ ਨਾਲ ਆਪਦੇ ਕੱਪੜੇ ਭਿਉਂ ਲੈਣੇ, 2 ਬਾਲਟੀਆਂ ਸੁੱਟਣੀਆਂ ਤੇ ਭਿਉਂ ਪਿਆ ਕੇ ਕਹਿਣਾ ਲਓ ਬਾਬਾ ਦਿਓ ਬਾਬਾ ਜੀ, ਆਪਾਂ ਵੀ ਸੇਵਾ ਕਰਦੇ। ਉਦੋਂ ਨਾ ਨਿਸ਼ਾਨੀ ਵੇਖਣੀ ਆ ਵੀ ਸੇਵਾ ਕੀਤੀ ਇਹਨੇ। ਤੋ ਇਸ ਵਾਸਤੇ ਪ੍ਰਸ਼ਾਦ ਵੀ ਗੁਰਦੁਆਰੇ ਦਾ ਉਹਦੇ ਵਾਸਤੇ ਹੈ ਜਿਹੜਾ ਸੇਵਾ ਕਰਦਾ ਹੈ ਜਾਂ ਸਿਮਰਨ ਕਰਦਾ ਹੈ। ਤੋ ਦੋਨਾਂ ਪੁਰਖਾਂ ਵਾਸਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਸ਼ਾਦ ਹੈ। ਸਾਹਿਬ ਕਥਨ ਕਰਦੇ ਨੇ, ਜੋ ਸੰਤੋਖ ਧੀਰਜਤਾ ਦੇ ਨਾਲ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰੋਂ ਸੋ ਬ੍ਰਹਮ ਗਿਆਨ ਦਾ ਫਲ ਪ੍ਰਾਪਤ ਹੁੰਦਾ ਹੈ। ਜਿਹਨੇ ਸਹਿਜੇ ਸ਼ਾਂਤੀ ਪੂਰਵਕ ਧੀਰਜਤਾ ਦੇ ਨਾਲ, ਸੰਤੋਖ ਨਾਲ ਗਿਆਨ ਦੀ ਪ੍ਰਾਪਤੀ ਵਾਸਤੇ ਨਾ ਤਾਂ ਸੇਵਾ ਕੀਤੀ ਹੈ ਤੇ ਨਾ ਹੀ ਸਿਮਰਨ ਕੀਤਾ ਹੈ। ਵਿੱਚ ਹਉਮੈ ਜਨਮ ਬਿਨਾਸ਼, ਆਪ ਦੀ ਜਥੇਦਾਰੀ ਦਾ ਛੱਜ ਚੁੱਕੀ ਰੱਖਿਆ। ਬੰਦਾ ਪੁੱਛੇ ਵੀ ਜਥੇਦਾਰ ਤਾਂ ਉਹਦਾ ਹੁੰਦਾ ਜਿਹੜਾ ਜਥਾ ਹੋਵੇ, ਜਥਾ ਤਾਂ ਹੈ ਨਹੀਂ, ਜਥਾ ਤਾਂ ਗੁਰੂ ਮਹਾਰਾਜ ਦਾ ਆਪ ਦਾ ਹੈ। ਤੋ ਇਸ ਵਾਸਤੇ ਵਾਧੂ ਦਾ ਹਉਮੈ ਦਾ ਛੱਜ ਚੁੱਕਿਆ ਹੋਇਆ ਹੈ। ਗੁਰੂ ਘਰ ਦੇ ਵਿੱਚ ਨਾ ਕੋਈ ਵੱਡਾ ਨਾ ਕੋਈ ਛੋਟਾ ਹੈ, ਸਭਨਾਂ ਨੂੰ ਇੱਕ ਜੈਸਾ ਸਿਮਰਨ, ਸੰਗਤ ਤੇ ਸੇਵਾ ਦੀ ਜ਼ਰੂਰਤ ਹੈ। ਇਸ ਲਈ ਹੰਗਤਾ ਦਾ ਛੱਜ ਜਿਹਨੇ ਚੁੱਕਿਆ ਹੋਇਆ, ਆਪ ਦਾ ਮਨੁੱਖਾ ਜਨਮ ਉਹਨੇ ਨਾਸ਼ ਕਰ ਲਿਆ ਹੈ।
ਸੋ ਜਿਹੜੇ ਹੰਗਤਾ ਤੋਂ ਰਹਿਤ ਹੋ ਕੇ ਗੁਰੂ ਮਹਾਰਾਜ ਦੇ ਜੋੜਿਆਂ ਦੀ ਪਰਿਕਰਮਾ ਦੀ ਧਵਾਈ ਸੇਵਾ ਤਾਂ ਗੁਰੂ ਕੀ ਇਮਾਰਤਾਂ ਦੀ ਇਹ ਸੇਵਾ ਕਰਦੀਆਂ ਸਿਮਰਨ 'ਚ ਜੁੜਦੇ ਮਹਾਰਾਜ ਕਹਿੰਦੇ ਉਹਨਾਂ ਦਾ ਮਨੁੱਖਾ ਜਨਮ ਸਫਲ ਹੈ। ਨਹੀਂ ਤਾਂ ਵਿੱਚ ਹਉਮੈ ਜਨਮ ਵਿਨਾਸ਼, ਜੀਵ ਹੰਗਤਾ ਦੇ ਵਿੱਚ ਹੀ ਜੰਮਦਾ ਤੇ ਹੰਗਤਾ ਦੇ ਵਿੱਚ ਹੀ ਵਿਸ਼ੇਸ਼ ਕਰਕੇ ਨਾਸ਼ ਹੋ ਕੇ ਮਰ ਜਾਂਦਾ। ਸ਼ਲੋਕ ਮਹੱਲਾ ਪਹਿਲਾ। ਹਉ ਵਿੱਚ ਆਇਆ ਹਉ ਵਿੱਚ ਗਿਆ, ਹਉ ਵਿੱਚ ਜੰਮਿਆ ਹਉ ਵਿੱਚ ਮੁਆ, ਹਉ ਵਿੱਚ ਦਿੱਤਾ ਹਉ ਵਿੱਚ ਲਿਆ, ਹਉ ਵਿੱਚ ਖਟਿਆ ਹਉ ਵਿੱਚ ਗਿਆ, ਹਉ ਵਿੱਚ ਸਚਿਆਰ ਕੂੜਿਆਰ, ਹਉ ਵਿੱਚ ਪਾਪ ਪੁੰਨ ਵਿਚਾਰ, ਹਉ ਵਿੱਚ ਹੱਸੈ ਹਉ ਵਿੱਚ ਰੋਵੈ, ਹਉ ਵਿੱਚ ਪਰੀਐ ਹਉ ਵਿੱਚ ਧੋਵੈ, ਹਉ ਵਿੱਚ ਜਾਤੀ ਜਿਨ ਸੀਖ ਹੋਵੈ। ਇਸ ਤਰ੍ਹਾਂ ਹਉਮੈ ਦੇ ਵਿੱਚ ਹੀ ਆਉਂਦਾ ਜਿਉਂਦਾ ਤੇ ਮਰਦਾ ਹੈ। ਰਸਨਾ ਹਰ ਰਸਨਾ ਚਖਿਓ, ਜਿਸ ਨੇ ਪ੍ਰਤੱਖ ਰਸਨਾ ਦੇ ਨਾਲ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਦਾ ਰਸ ਨਹੀਂ ਚਖਿਆ ਜਾਂ ਪ੍ਰੀਤੀ ਰੂਪ ਰਸਨਾ ਦੁਆਰਾ ਪਰਮੇਸ਼ਰ ਦੇ ਨਾਮ ਰਸ ਨੂੰ ਨਹੀਂ ਚਖਿਆ। ਕਮਲ ਨ ਹੋਇਓ ਪਰਗਾਸ, ਉਸ ਦੇ ਹਿਰਦੇ ਰੂਪੀ ਕਮਲ ਵਿੱਚ ਗਿਆਨ ਦਾ ਚੰਨ ਨਹੀਂ ਹੋਇਆ ਹੈ। ਜੋਗੀਆਂ ਦੇ ਮਤ ਅਨੁਸਾਰ ਜੇ ਹਿਰਦਾ ਕਮਲ ਮੁੱਦਾ ਮੰਨ ਲਈਏ ਤੇ ਮਹਾਰਾਜ ਨੇ ਵੀ ਆਖਿਆ ਮਨਮੁਖ ਉਹਦਾ ਕੌਲ ਹੈ। ਮਨਮੁਖ ਦਾ ਹਿਰਦਾ ਰੂਪੀ ਕਮਲ ਉਹਦਾ ਮੁੱਦਾ ਪਿਆ ਹੈ। ਨਾ ਤੇ ਇਸ ਭਗਤ ਨਾਲ ਭਾਉ, ਕਿਉਂਕਿ ਨਾ ਉਹਦੇ ਮਨ 'ਚ ਪ੍ਰੇਮ ਹੈ ਨਾ ਭਗਤੀ ਹੈ। ਜਿਸ ਕਰਕੇ ਦਸਮ ਦੁਆਰ ਵਿੱਚੋਂ ਜੋ ਅੰਮ੍ਰਿਤ ਬੂੰਦ ਝਰਦੀ ਹੈ, ਜੋ ਜਠ ਰਗਣ 'ਚ ਪੈ ਕੇ ਭਸਮ ਹੋ ਜਾਂਦੀ ਹੈ, ਜਦੋਂ ਜੋਗੀ ਜਨ ਮੂਲ ਦੁਆਰੇ ਦੀ ਪੌਣ ਨੂੰ ਸਾਧ ਕੇ ਕਮਲ ਨੂੰ ਸਿੱਧਾ ਕਰ ਲੈਂਦੇ ਨੇ, ਤਦੋਂ ਦਸਮ ਦੁਆਰ ਤੋਂ ਡਿੱਗੀ ਬੂੰਦ ਹਿਰਦੇ ਕਮਲ 'ਚ ਪੈਂਦੀ ਹੈ, ਜੋ ਜੋਗੀਆਂ ਦੀ ਉਮਰ ਲੰਬੀ ਕਰਨ ਦਾ ਕਾਰਨ ਬਣਦੀ ਹੈ। ਇਸੇ ਪ੍ਰਕਾਰ ਜੀਵ ਦਾ ਹਿਰਦੇ ਰੂਪੀ ਕਮਲ ਗੁਰਾਂ ਦੇ ਸਨਮੁਖੋਂ ਰੂਪੀ ਸਿੱਧਾ ਨਹੀਂ ਹੋਇਆ ਤੇ ਨਾ ਹੀ ਕਰੁਣਾ ਮਦਦ ਮੈਤਰੀ ਅਤੇ ਅਪੇਖਿਆ ਆਦਿਕ ਪੰਖੜੀਆਂ ਦੇ ਸਹਿਤ ਹੋਇਆ ਹੈ। ਜਾਂ ਗੁਰੂ ਉਪਦੇਸ਼ ਦੁਆਰਾ ਗਿਆਨ ਰੂਪੀ ਸੂਰਜ ਦੀ ਕਿਰਨ ਦਾ ਹਿਰਦੇ ਰੂਪੀ ਕਮਲ ਦੇ ਵਿੱਚ ਪ੍ਰਕਾਸ਼ ਨਹੀਂ ਹੋਇਆ ਹੈ। ਜਿਸ ਕਰਕੇ ਵਾਸ਼ਨਾ ਰੂਪੀ ਵਾਏ, ਕਾਮ ਰੂਪੀ ਕਾਫ ਤੇ ਪਾਪਾਂ ਰੂਪੀ ਪਿੱਤ ਮਿਟਦੀ ਨਹੀਂ ਹੈ। ਬਿਖ ਖਾਦੀ ਮਨ ਮੁਖ ਮੋਆ, ਅੰਮ੍ਰਿਤ ਤਾਂ ਛਕਿਆ ਨਹੀਂ ਤੇ ਜੋ ਮਨਮੁਖ ਨੇ ਵਿਸ਼ਿਆਂ ਰੂਪੀ ਜ਼ਹਿਰ ਖਾਣਾ ਕੀਤੀ ਹੈ। ਮਾਇਆ ਮੋਹਿ ਵਿਨਾਸ਼, ਇਸ ਕਰਕੇ ਮਨਮੁਖ ਮਾਇਆ ਦੇ ਮੋਹ 'ਚ ਲੱਗਣੇ ਕਰਕੇ, ਮਾਇਆ ਦਾ ਮੋਹ ਵਿਸ਼ਿਆਂ 'ਚ ਲੱਗਣ ਕਰਕੇ ਬਾਰ-ਬਾਰ ਨਾਸ਼ ਹੁੰਦਾ ਰਹਿੰਦਾ। ਮੋਹ ਬੰਦੇ ਤਾਂ ਇੱਕ ਦਿਨ ਮਰਦੇ ਨੇ, ਉਹ ਰੋਜ਼-ਰੋਜ਼ ਮਰਦਾ ਹੈ। ਜੋ ਲਾਹਣਤਾਂ ਪੈਂਦੀਆਂ ਨੇ ਜਾਂ ਮਾਇਆ ਦੇ ਮੋਹ ਇਸ ਨੂੰ ਪਰਮੇਸ਼ਰ ਵੱਲੋਂ ਬੇਮੁਖ ਕਰਨ ਰੂਪੀ ਨਾਸ਼ ਕਰਦਾ ਰਹਿੰਦਾ ਹੈ। ਇਕ ਹਰਿ ਕੇ ਨਾਮ ਬਿਨਾ, ਇੱਕ ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾ ਤ੍ਰਿਗ ਜੀਵਨ ਤ੍ਰਿਗ ਵਾਸ, ਮਨਮੁਖ ਦਾ ਹੁਣ ਤੱਕ ਸੰਸਾਰ 'ਚ ਜਿਉਣਾ ਤ੍ਰਿਕਾਰ ਯੋਗ ਅਤੇ ਹੋਰ ਜਿਉਣ ਦੀ ਵਾਸ਼ਨਾ ਦੇ ਵੀ ਤ੍ਰਿਕਾਰ ਹੈ। ਜਾਂ ਪ੍ਰਤੱਖ ਘਰ ਦੇ ਵਿੱਚ ਵਸਣਾ ਜਾਂ ਤਿੰਨੇ ਦੇਹਾਂ ਰੂਪੀ ਘਰ ਵਿੱਚ ਵਸਣਾ ਤ੍ਰਿਕਾਰ ਹੈ। ਜਾਂ ਸੁਤਵਿਦ ਲੋਕ ਈਖਣਾ ਆਦਿਕ ਵਾਸ਼ਨਾ ਕਰਨੀ ਵੀ ਤ੍ਰਿਕਾਰ ਯੋਗ ਹੈ। ਜਾਂ ਆਪੇ ਨਦਰ ਕਰੇ ਪ੍ਰਭ ਸੱਚਾ, ਜਦ ਪੂਰਬਲੇ ਨਿਸ਼ਕਾਮ ਕਰਮਾਂ ਦੀ ਪ੍ਰੇਰਨਾ ਸਦਕਾ ਸੱਚਾ ਪਰਮੇਸ਼ਰ ਆਪ ਕਿਰਪਾ ਦ੍ਰਿਸ਼ਟੀ ਕਰਦਾ ਹੈ। ਤਾਂ ਹੋਵੈ ਦਾਸਨ ਦਾਸ, ਤਾਂ ਹੀ ਜੀਵ ਵਾਹਿਗੁਰੂ ਸਤਿਗੁਰੂ ਦੇ ਸੇਵਕਾਂ ਦਾ ਮਨ ਬਾਣੀ ਸਰੀਰ ਕਰਕੇ ਸੇਵਕ ਹੋਣਾ ਕਰਦਾ ਹੈ। ਤਾਂ ਅਣਦਨ ਸੇਵਾ ਕਰੇ ਸਤਿਗੁਰੂ ਕੀ, ਜਦ ਸੇਵਕ ਬਣਦਾ ਹੈ ਤਾਂ ਹੀ ਦਿਨ ਰਾਤ ਸਤਿਗੁਰੂ ਦੀ ਸੇਵਾ ਟਹਿਲ ਕਰਦਾ ਹੈ। ਕਬਹ ਨਾ ਛੋਟੈ ਪਾਸ, ਫਿਰ ਕਦੇ ਵੀ ਜੀਵ ਸਤਿਗੁਰਾਂ ਦਾ ਪਾਸਾ ਨਹੀਂ ਛੱਡਦਾ। ਜਿਉ ਜਲ ਮੈਂ ਕਮਲ ਲਿਪਤੋ ਵਰਤੈ, ਜਿਵੇਂ ਪਾਣੀ 'ਚ ਰਹਿੰਦਾ ਹੋਇਆ ਕਮਲ ਨਿਰਲੇਪ ਵਰਤਦਾ ਹੈ। ਤਿਉ ਵਿੱਚ ਗਿਰਹਿ ਉਦਾਸ, ਜਿਵੇਂ ਉਹ ਜੀਵ ਗ੍ਰਸਤ ਅੰਦਰ ਉਪਰਾਮ ਹੋ ਕੇ ਰਹਿੰਦਾ ਹੈ। ਜੈਸੇ ਜਲ ਮੈਂ ਕਮਲ ਨਿਰਾਲਮ
ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਬਖਾਣੇ। ਜੈਸੇ ਜਲ ਮੈਂ ਕਮਲ ਨਿਰਲੇਪ, ਤੇ ਇਉਂ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਅਲੇਪ। ਇਸ ਤਰ੍ਹਾਂ ਦਾ ਗੁਰੂ ਦੇ ਸਿੱਖ ਦਾ ਜੀਵਨ ਹੈ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੀ ਉਦਾਸਾ। ਜਨ ਨਾਨਕ ਕਰੇ ਕਰਾਇਆ ਸਭ ਕੋ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ, ਦਾਸਾ ਭਾਵ ਧਾਰ ਕੇ ਫਰਮਾਉਂਦੇ ਕਿ ਪੂਰਬਲੇ ਕਰਮਾਂ ਦੇ ਸੰਸਕਾਰ ਦੇ ਅਨੁਸਾਰ ਹੀ ਈਸ਼ਰ ਦਾ ਕਰਾਇਆ ਹੋਇਆ ਸਭ ਕੋਈ ਕਰਤੱਵ ਕਰਦਾ ਹੈ। ਜਿਉ ਭਾਵੈ ਤਿਵ ਗੁਣ ਦਾਸ। ਇਸ ਲਈ ਜਿਵੇਂ ਪਰਮੇਸ਼ਰ ਨੂੰ ਭਾਉਂਦਾ, ਤਿਵੇਂ ਗੁਣਾਂ ਦੇ ਖਜ਼ਾਨੇ ਹਰੀ ਪਰਮੇਸ਼ਰ ਦੀ ਰਜ਼ਾ ਦੇ ਵਿੱਚ ਚੱਲਣਾ ਕਰੇ। ਪੌੜੀ। ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਜੀ ਵਿਚਾਰ ਰਹੇ ਹਨ। ਛਤੀ ਹੈ ਜੁਗ ਗੁਬਾਰਸਾ। ਜਦੋਂ ਛਤੀ ਯੁੱਗ ਹਨੇਰਾ ਸੀ, ਭਾਵ ਛਤੀ ਯੁੱਗ ਵਿੱਚ ਕੋਈ ਵੀ ਰਚਨਾ ਨਹੀਂ ਸੀ, ਬੜਾ ਭਾਰੀ ਹਨੇਰਾ ਹੀ ਹਨੇਰਾ, ਨਾ ਸੂਰਜ ਨਾ ਚੰਦਰਮਾ ਨਾ ਪਾਣੀ ਆਦਿਕ ਪੰਜ ਤੱਤ ਸਨ, ਨਾ ਧਰਤੀ ਨਾ ਆਕਾਸ਼। ਆਪੇ ਗਣਤ ਗਗਿਨੀ। ਉਦੋਂ ਪਰਮੇਸ਼ਰ ਖੁਦ ਬਖੁਦ ਆਪ ਹੀ ਸੀਗਾ, ਆਪ ਹੀ ਯੁੱਗਾਂ ਦੀ ਗਿਣਤੀ ਕੀਤੀ, ਜਾਂ ਆਪ ਹੀ ਇੱਕ ਤੋਂ ਅਨੇਕ ਹੋਂ ਰੂਪ, ਜਾਂ ਸ੍ਰਿਸ਼ਟੀ ਦੀ ਰਚਨੇ ਦੀ ਗਿਣਤੀ ਕੀਤੀ ਸੀ। ਆਪੇ ਸ੍ਰੇਸ਼ਟ ਸਭ ਸਾਜੀਆਂ। ਪਰਮੇਸ਼ਰ ਨੇ ਆਪ ਹੀ ਸਭ ਸ੍ਰਿਸ਼ਟੀ ਨੂੰ ਸਾਜਣਾ ਕੀਤਾ ਹੈ। ਆਪ ਮਤ ਦੀਨੀ। ਔਰ ਆਪ ਹੀ ਜੀਵਨ ਨੂੰ ਗੁਰ ਮਤ, ਵਿਵਹਾਰਕ ਮਤ, ਸ਼ਾਸਤਰ ਗਿਆਨ ਦੀ ਮਤ, ਬੁੱਧੀ ਦੇਣਾ ਕੀਤੀ ਹੈ। ਸ਼ੁਭ ਅਸ਼ੁਭ ਮਤ ਦੇਣਾ ਕੀਤੀ ਹੈ, ਕਿਉਂਕਿ ਵਾਹਿਗੁਰੂ ਦੇ ਵਸ ਹੈ। ਆਪਾਂ ਕਹਿੰਦੇ ਫਲਾਣਾ ਬੰਦਾ ਬੜਾ ਸਿਆਣਾ ਜੀ, ਫਲਾਣਾ ਤਾਂ ਬੁੱਧੂ ਆ, ਇਹ ਗੱਲ ਬਿਲਕੁਲ ਗਲਤ ਹੈ। ਮਹਾਰਾਜ ਕਹਿੰਦੇ ਗੁਰਮੁਖੋ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ। ਕੋਈ ਸਿਆਣਾ ਨਾ ਆਖੋ, ਕੋਈ ਮੂਰਖ ਨਾ ਆਖੋ, ਕਿਉਂਕਿ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕਿਛ ਤੇਰਾ ਭਾਣਾ। ਇਹ ਵਾਹਿਗੁਰੂ ਦਾ ਹੁਕਮ ਵਰਤ ਰਿਹਾ। ਤੁਸੀਂ ਵੇਖੋ ਵੀ ਮੇਰੀ ਤਾਂ ਇੱਥੋਂ ਤੱਕ ਸ਼ਰਧਾ ਹੈ। ਉਂਝ ਵੈਸੇ ਅਸੀਂ ਟਕਸਾਲੀ ਸਿੰਘ ਪ੍ਰਚਾਰ ਕਰਦੇ ਹਾਂ ਵੀ ਬਾਣੀ ਦੀ ਸੰਥਿਆ ਲਾਜ਼ਮੀ ਕਰਨੀ ਚਾਹੀਦੀ ਹੈ, ਸੰਥਿਆ ਤੋਂ ਬਗੈਰ ਪਾਠ ਨਾ ਕਰੋ। ਪਰ ਜੇ ਆਪਾਂ ਲਾਈਏ, ਗੁਰੂ ਸਾਹਿਬ ਦੀ ਕਿਰਪਾ ਉਹ ਕਿਸੇ ਵੇਲੇ ਵੀ ਕਿਸੇ ਤੇ ਵੀ ਹੋ ਸਕਦੀ ਹੈ। ਜਿਹੜਾ ਲਾਲ ਪੰਡਤ ਗੁਰੂ ਹਰਕ੍ਰਿਸ਼ਨ ਸਾਹਿਬ ਤੇ ਸ਼ੰਕਾ ਕਰਨ ਵਾਲਾ ਸੀ, ਪੰਜੋਖਰੇ ਵਾਲਾ, ਉਹਨੇ ਆਖਿਆ ਵੀ ਇਹ ਕ੍ਰਿਸ਼ਨ ਦੀ ਉਚਾਰੀ ਗੀਤਾ ਦੇ ਅਰਥ ਵੀ ਨਾ ਕਰ ਸਕਦੇ, ਹੁਣ ਇਹ ਵੱਡਾ ਇੰਨਾ ਵੱਡਾ ਇਹਨਾਂ ਨਾਮ ਰਖਾਇਆ। ਤੇ ਮਹਾਰਾਜ ਨੇ ਆਖਿਆ ਪੰਡਤਾ ਤੂੰ ਜਿਹਨੂੰ ਮਰਜ਼ੀ ਲੈ ਆ, ਜੇ ਮੈਂ ਅਰਥ ਕਰਕੇ ਸੁਣਾਤੇ ਤਾਂ ਵੀ ਤੇਰਾ ਸ਼ੰਕਾ ਨਹੀਂ ਨਿਬੜਨਾ। ਤੂੰ ਸੋਚਣਾ ਵੀ ਸ਼ਾਇਦ ਗੁਰੂ ਘਰ ਦੇ ਵਿੱਚ ਕਿਸੇ ਚੀਜ਼ ਦੀ ਘਾਟ ਨਾ ਹੋਣ ਕਰਕੇ ਪੜ੍ਹ ਗਏ ਹੋਣਗੇ। ਜਿਹਨੂੰ ਮਰਜ਼ੀ ਲਾਇਆ, ਆਪਦੇ ਪਿੰਡ ਚੋਂ ਆਪ ਦਾ ਜਾਣਕਾਰ ਬੰਦਾ। ਉਹਨੇ ਛੱਜੂ ਚੀਰ ਨੂੰ ਲਿਆਂਦਾ, ਜਿਹੜਾ ਬੋਲਾ ਤੇ ਗੂੰਗਾ ਸੀਗਾ, ਝੀਵਰਾਂ ਦਾ ਮੁੰਡਾ, ਪਾਣੀ ਭਰ ਕੇ ਗੁਜ਼ਾਰਾ ਕਰਨ ਵਾਲਾ। ਪੜ੍ਹਦੇ ਉਹਨੇ ਵੇਖੇ ਵੀ ਨਹੀਂ ਸਨ, ਸਕੂਲ ਦਾ ਉਹਨੂੰ ਪਤਾ ਹੀ ਨਹੀਂ ਸੀ ਕਿਹੜੇ ਪਾਸੇ। ਤੋ ਵੇਖੋ ਉਹਨੂੰ ਮਹਾਰਾਜ ਨੇ ਆਪ ਦੇ ਇਸ਼ਨਾਨ ਕੀਤੇ ਜਲ ਵਿੱਚੋਂ ਟੁੱਬਾ ਲਵਾ ਕੇ ਤੇ ਨਵੇਂ ਵਸਤਰ ਪਹਿਨਾ ਕੇ, ਕੇਸੀ ਇਸ਼ਨਾਨ ਕਰਾ ਕੇ, ਫੁੱਲਾਂ ਦੀ ਛੱਡੀ ਰੱਖ ਕੇ, ਉਹਦੇ ਸਿਰ ਤੇ ਹੱਥ ਰੱਖ ਕੇ ਉਹਨੇ ਇੰਨਾ ਸਿਆਣਾ ਬਣਾਤਾ। ਇਤਿਹਾਸ ਗਵਾਹ, ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਐਵੇਂ ਗੁਰਦੁਆਰਾ ਤਾਂ ਬਣਦਾ ਨਹੀਂ, ਇਤਿਹਾਸ ਹੈ ਤਾਂ ਹੀ ਗੁਰਦੁਆਰਾ ਬਣਿਆ ਹੋਇਆ। ਤੋ ਅੱਜ ਵੀ ਉੱਥੇ ਗੂੰਗੇ ਬੋਲਦੇ ਨੇ। ਫਿਰ ਬੰਦਾ ਕੀ ਦੱਸੋ, ਪੁੱਛੂਗਾ ਦੱਸੋ ਭਾਈ, ਆਪਾਂ ਕੀ ਕਹਿ ਸਕਦੇ ਹਾਂ ਵੀ ਆਪਦੀ ਮਰਜ਼ੀ ਨਾਲ ਆਪਾਂ ਸਿਆਣੇ ਜਾਂ ਮੂਰਖ ਹਾਂ। ਇਹ ਗੁਰੂ ਸਾਹਿਬ ਦੀ ਆਪ ਦੀ ਹੋਈ ਖੇਡ ਹੈ। ਅਡਿਲ ਸੁਣੈ ਗੁੰਗ ਜੋ ਯਾਹੇ, ਸੁਰਸ ਨ ਪਾਵਈ, ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ। ਇੰਜ ਇਹ ਪ੍ਰਕਰਨ ਜੋ ਮਹਾਰਾਜ ਨੇ ਆਰੰਭ ਕੀਤਾ ਹੈ, ਇਹਦਾ ਭਾਵ ਅਰਥ ਇਹ ਹੈ ਕਿ ਆਪਾਂ ਨੂੰ ਹਉਮੈ ਹੰਕਾਰ ਤੋਂ ਰਹਿਤ ਹੋ ਕੇ, ਜਿਹੜੀ ਸੀ ਆਪਦੇ ਆਪ ਨੂੰ ਸਿੰਘ ਸਾਹਿਬ ਮੰਨਦੇ ਆ ਜਾਂ ਅਕਾਲੀ ਮੰਨਦੇ ਆ ਜਾਂ ਕੁਝ ਵੀ ਆਪਦੇ ਆਪ ਨੂੰ ਆਪਾਂ ਮੰਨਦੇ ਹਾਂ ਵੀ ਆਪਾਂ ਗਿਆਨਵਾਨ। ਸੋ ਵਾਹਿਗੁਰੂ ਦੇ ਹੁਕਮ ਮੁਤਾਬਕ ਸਭਨਾਂ ਨੂੰ ਪ੍ਰਭੂ ਪਰਮਾਤਮਾ ਦੀ ਰਚਨਾ
ਉਹਨਾਂ ਦੀ ਪੈਦਾ ਕੀਤੀ ਸ੍ਰਿਸ਼ਟੀ, ਉਹਨਾਂ ਦੀ ਸਾਧ ਸੰਗਤ ਮੰਨ ਕੇ ਨਿਮਰਤਾ ਸਹਿਤ ਰਹਿਣਾ ਚਾਹੀਦਾ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਪਾਣਾ। ਮਤ ਸੁਮਤ ਤੇਰੇ ਬਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ, ਜੋ ਭਾਵੈ ਤਿਵੇਂ ਬੁਲੈਨੀ। ਛਜੂ ਚੀਵਰ ਨੇ ਕਸਮਨੰਗ ਸ਼ਾਸਤਰ ਪ੍ਰਵਿਰਤੇ ਕਹਿ ਕੇ ਹੀ ਪੰਡਤ ਦੀ ਪੈਰਾਂ ਹੇਠੋਂ ਜ਼ਮੀਨ ਕੱਢ ਦਿੱਤੀ। ਸਾਰੇ ਅਰਥ ਆਪ ਹੀ ਪਾਠ ਕਰਕੇ ਆਪ ਹੀ ਕਰਕੇ ਸੁਣਾ ਦਿੱਤੇ। ਤੋ ਇਸ ਵਾਸਤੇ ਆਪ ਹੀ ਸ਼ੁਭ ਤੇ ਅਸ਼ੁਭ ਮਤ ਇਹ ਵਾਹਿਗੁਰੂ ਤੂੰ ਦੇਣਾ ਕੀਤੀ ਹੈ। ਸਿਮਰਤ ਸਾਸਤ ਸਾਜਿਆ ਨਾ, ਆਪ ਹੀ ਰਖੀਆਂ ਮੁਨੀਆਂ ਨੂੰ ਸਿਮਰਤੀਆਂ ਤੇ ਸ਼ਾਸਤਰ ਰਚਨ ਵਾਲੀ ਮਤ ਦੇਣਾ ਕੀਤੀ ਹੈ। ਅਤੇ ਰਖੀਆਂ ਮੁਨੀਆਂ ਨੇ ਸਿਮਰਤੀਆਂ ਸ਼ਾਸਤਰਾਂ ਦੇ ਵਿੱਚ ਪਾਪ ਪੁੰਨ ਗਣਤ ਗਣੀਨੀ, ਪਾਪ ਕਰਮ ਤੇ ਪੁੰਨ ਕਰਮਾਂ ਦੀ ਗਿਣਤੀ ਗਣਨਾ ਕੀਤੀ ਹੈ। ਜਿਸ ਬੁਝਾਏ ਸੋ ਬੁਝਸੀ, ਜਿਸ ਪੁਰਖ ਨੂੰ ਪਰਮੇਸ਼ਰ ਆਪ ਸਮਝਾਉਂਦਾ ਉਹੀ ਪਿੱਛੇ ਸਮਝਦਾ, ਉਹੀ ਹੁਣ ਸਮਝਦਾ, ਉਹੀ ਪਰਮੇਸ਼ਰ ਦੇ ਆਨੰਦ ਨੂੰ ਬੁਝੇਗਾ। ਸੱਚਾ ਸ਼ਬਦ ਪਤੀਨੀ, ਪਰ ਇਹ ਸੱਚੇ ਗੁਰਾਂ ਦੇ ਉਪਦੇਸ਼ ਕਰਕੇ ਹੀ ਅਜਮਾਇਸ਼ ਆਉਂਦੀ ਹੈ। ਜਾਂ ਜੋ ਸੱਚੇ ਸ਼ਬਦ ਨੂੰ ਕਮਾਉਂਦਾ ਉਸ ਦਾ ਮਨ ਪਰਮੇਸ਼ਰ ਤੇ ਪਤੀਜ ਆਉਂਦਾ ਹੈ। ਸਭ ਆਪੇ ਆਪ ਵਰਤਦਾ, ਸਾਰਿਆਂ 'ਚ ਪਰਮੇਸ਼ਰ ਆਪਣਾ ਆਪ ਰੂਪ ਹੋ ਕੇ ਵਰਤ ਰਿਹਾ ਹੈ। ਆਪੇ ਬਖਸ਼ ਮਿਲਾਈ, ਔਰ ਆਪ ਹੀ ਜੀਵ ਦੇ ਔਗਣ ਬਖਸ਼ ਕੇ ਆਪਣੇ ਸਰੂਪ 'ਚ ਮਿਲਾ ਲੈਂਦਾ। ਜਾਂ ਇਸੇ ਪ੍ਰਕਾਰ ਆਪੇ ਬਖਸ਼ ਮਿਲਾਈ, ਆਪ ਹੀ ਗੁਰਾਂ ਦੁਆਰਾ ਨਾਮ ਦੀ ਦਾਤ ਬਖਸ਼ ਕੇ ਆਪਣੇ ਸਰੂਪ ਵਿੱਚ ਮਿਲਾ ਲੈਂਦਾ ਹੈ। ਇੱਥੇ 7 ਅੰਕ ਆਇਆ, ਜਿਸ ਦਾ ਭਾਵ ਹੈ ਕਿ 7ਵੀਂ ਪੌੜੀ ਸਮਾਪਤ ਹੋ ਗਈ ਹੈ। ਪਰ ਗੁਰੂ ਹਰਗੋਬਿੰਦ ਸਾਹਿਬ ਦਾ ਹੁਕਮ ਹੈ ਕਿ ਹਰੇਕ ਪੌੜੀ ਦੀ ਸਮਾਪਤੀ ਤੇ ਆ ਪੰਕਤੀ ਪੜੋ। ਵਾਹੋ ਆਹੋ ਸੱਚੇ ਪਾਤਸ਼ਾਹ, ਇਹ ਸੱਚੇ ਪਾਤਸ਼ਾਹ ਤੂੰ ਵਾਹੋ ਅਚਰਜ ਤੇ ਵਾਹੋ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ, ਔਰ ਤੂੰ ਆਪ ਹੀ ਸੱਚੀ ਨਾਈ ਮਹਿਮਾ ਵਾਲਾ ਹੈ। ਇੱਥੇ ਸਮਾਪਤੀ ਹੈ ਜੀ। ਭੁੱਲਾਂ ਚੁੱਕਾ ਖਿਮਾ ਕਰੋ, ਅੱਗੇ ਤੋਂ ਸਮਤ ਬਖਸ਼ੋ। ਸਭ ਆਪੇ ਆਪ ਵਰਤਦਾ, ਆਪੇ ਬਖਸ਼ ਮਿਲਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ।